Good morning, students. So now let us continue with the chapter Letter to a Teacher. ਅਸੀਂ ਕਿੱਥੋਂ ਤੱਕ ਕੀਤਾ ਸੀਗਾ ਦੇਖੋ ਸੋ ਪੇਜ ਨੰਬਰ 98 ਇੱਥੋਂ ਦੇਖੋ ਆਪਾਂ ਇਹ ਕਰ ਚੁੱਕੇ ਹਾਂ I don't know about you but your students. So I don't know about you. You ਇੱਥੇ ਕੌਣ ਹੈ? The teacher. Clear? And as we have discussed earlier also, he is not referring to one particular teacher. ਇੱਕ ਟੀਚਰ ਦੀ ਉਹ ਗੱਲ ਨਹੀਂ ਕਰ ਰਿਹਾ ਕਿਉਂਕਿ the book has been written by 8 students and they have all pooled in their experiences of their previous schools. ਜਿਹੜੇ ਉੱਥੇ ਪਹਿਲਾਂ ਵਾਲੇ ਸਕੂਲਾਂ ਵਿੱਚ ਕਿਉਂਕਿ ਹੁਣ ਵਾਲਾ ਜਿਹੜਾ ਟੀਚਰ ਹੈਗਾ ਜਾਂ ਹੁਣ ਵਾਲੇ ਜਿਹੜੇ ਸਕੂਲ 'ਚ ਪੜ੍ਹਦੇ ਹੈਗੇ ਉੱਥੇ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ ਬਿਕੋਜ਼ ਨਾਓ ਦੇ ਆਰ ਸਟੱਡਿੰਗ ਇਨ ਦ ਸਕੂਲ ਆਫ ਬਾਰਬੀਆਨਾ। ਕਲੀਅਰ? ਉਹਨਾਂ ਦਾ ਜਿਹੜਾ ਟੀਚਰ ਹੈ ਲੋਰੈਂਜ਼ੋ ਮਿਲਾਨੀ, ਹੀ ਇਜ਼ ਅ ਵੈਰੀ ਗੁੱਡ ਟੀਚਰ। ਕਲੀਅਰ? ਔਰ ਉਹਨੇ ਇੱਕ ਭਲੇ ਦਾ ਕੰਮ ਕੀ ਕੀਤਾ, ਹੀ ਹੈਜ਼ ਸੈਟ ਅਪ ਅ ਸਕੂਲ ਸਪੈਸ਼ਲੀ ਫॉर ਦੋਜ਼ ਸਟੂਡੈਂਟਸ ਹੂ ਹੈਵ ਬੀਨ ਟਰਨਡ ਆਊਟ ਆਫ ਅਦਰ ਸਕੂਲਸ। ਕਲੀਅਰ? ਸੋ ਹੁਣ ਉਹ ਇਹ ਜਿਹੜੀ ਚਿੱਠੀ ਹੈ ਉਹਨਾਂ ਨੇ ਇਹ ਜਿਹੜੀ ਬੁੱਕ ਹੈ ਉਹਨਾਂ ਨੇ ਕਿਹਦੇ ਬਾਰੇ ਲਿਖੀ ਹੈਗੀ ਹੈ? ਉਹ ਵਾਲੇ ਟੀਚਰਸ ਜਿਹੜੇ ਕਿ ਜਿਨ੍ਹਾਂ ਨੇ ਕਿ ਉਹਨਾਂ ਨੂੰ ਨਕਾਰਾ ਘੋਸ਼ਿਤ ਕਰ ਦਿੱਤਾ, ਉਹਨਾਂ ਨੂੰ ਪਹਿਲੇ ਵਾਲੇ ਸਕੂਲਸ ਵਿੱਚੋਂ ਦੀ ਕੱਢ ਦਿੱਤਾ। ਕਲੀਅਰ? ਸੋ ਹੁਣ ਉਹ ਕੀ ਕਹਿ ਰਿਹਾ ਇਹਦੇ ਵਿੱਚ, ਉਹਨਾਂ ਟੀਚਰਸ ਦੀ ਗੱਲ ਕਰ ਰਹੇ ਹੋ ਬੱਚੇ। ਸੋ ਦੇਖੋ ਇਹਨਾਂ ਨੂੰ ਕਿ ਕੀ ਕਹਿੰਦਾ ਕਿ I don't know about you but your students ਆਪਾਂ ਪਹਿਲਾਂ ਕਰ ਚੁੱਕੇ ਹਾਂ। ਹੁਣ ਨੋ ਸਿਸੈਰੋ। ਸੋ ਕਹਿੰਦਾ ਕਿ ਉਹ ਵਾਲੇ ਸਟੂਡੈਂਟਸ ਜਿਹੜੇ ਕਿ ਤੁਹਾਨੂੰ ਕੀ ਲੱਗਦੇ ਹੈ ਕਿ ਬਹੁਤ ਹੀ ਵਧੀਆ ਹੈਗੇ, ਕਿਉਂਕਿ ਦੇ ਹੈਵ ਸਟੱਡੀਡ ਸਿਸੈਰੋ। ਸੋ ਸਿਸੈਰੋ ਕੌਣ ਹੈ? ਰੋਮਨ ਓਰੇਟਰ ਐਂਡ ਆਥਰ। ਓਰੇਟਰ ਕੌਣ ਹੁੰਦਾ ਹੈ? ਜਿਹੜਾ ਕਿ ਪਬਲਿਕ ਸਪੀਕਰ ਹੋਵੇ, ਬਹੁਤ ਵਧੀਆ ਬੁਲਾਰਾ ਹੋਵੇ, ਉਹਨੂੰ ਆਪਾਂ ਫਿਰ ਕੀ ਕਹਿੰਦੇ ਓਰੇਟਰ। ਕਲੀਅਰ? ਸੋ ਬਹੁਤ ਹੀ ਕਈ ਸਦੀਆਂ ਪਹਿਲਾਂ 106 to 43 BC ਬਿਫੋਰ ਕ੍ਰਾਈਸਟ, ਤੁਸੀਂ ਤੁਹਾਡੇ ਦਿੱਤਾ ਹੋਇਆ ਤੁਹਾਡੀ ਗਲੋਸਰੀ ਦੇ ਵਿੱਚ ਪੇਜ ਨੰਬਰ 99। ਇਹ ਸੋ ਉਦੋਂ ਦਾ ਇਹ ਰਾਈਟਰ ਸੀਗਾ ਸਿਸੈਰੋ, ਬਹੁਤ ਹੀ ਪੁਰਾਣਾ। ਔਰ ਇਹਦੀ ਜਿਹੜੀ ਜੋ ਇਹਨੇ ਲਿਖਿਆ ਇਹਨੂੰ ਪੜ੍ਹਨਾ ਕੀ ਮੰਨਿਆ ਜਾਂਦਾ ਕਿ ਬਹੁਤ ਹੀ ਕੋਈ ਚੰਗੀ ਐਜੂਕੇਸ਼ਨ ਦੀ ਨਿਸ਼ਾਨੀ ਹੈ। ਸੋ ਕੀ ਕਹਿੰਦਾ ਕਿ ਜਿਹੜੇ ਸਟੂਡੈਂਟਸ ਨੂੰ ਸਿਸੈਰੋ ਜਿਨ੍ਹਾਂ ਨੇ ਪੜ੍ਹਿਆ ਹੋਇਆ ਹੈ, ਇਟ ਮੀਨਸ ਦ ਸਟੂਡੈਂਟਸ ਹੂ ਬਿਲੋਂਗ ਟੂ good families, to rich families. How many families of living men do they know intimately? Clear? ਕਿ ਉਹਨਾਂ ਨੂੰ ਕਿੰਨੇ ਕੁ ਲੋਕੀ ਜਾਣਦੇ ਹੈ। ਇਹਦਾ ਮਤਲਬ ਕਿ ਉਹ ਕਿਹਨਾਂ ਦੀ ਗੱਲ ਕਰ ਰਹੇ ਆ ਬੱਚੇ? ਜਿਹੜੇ ਕਿ ਅਮੀਰ ਪਰਿਵਾਰਾਂ ਦੇ ਬੱਚੇ ਹੈ, ਜਿਹੜੇ ਕਿ ਨੈਚੁਰਲੀ ਦ ਰਿਚ ਫੈਮਲੀਜ਼ they do not maintain many contacts. Clear? ਉਹਨਾਂ ਦੇ ਥੋੜ੍ਹੇ ਬਹੁਤੇ ਕੰਟੈਕਟਸ ਹੁੰਦੇ ਹੈ ਕਿਉਂਕਿ ਜਿਸ ਤਰ੍ਹਾਂ ਅਮੀਰੀ ਆਉਂਦੀ ਹੈ ਉਸ ਤਰ੍ਹਾਂ ਕੀ ਹੁੰਦਾ ਹੈ ਕਿ ਇਨਸਾਨ ਜਿਹੜਾ ਉਹਨੂੰ ਕੀ ਲੱਗਦਾ ਕਿ ਆਈ ਡੂ ਨਾਟ ਨੀਡ ਮੈਨੀ ਪੀਪਲ। ਸੋ ਐਨੀ ਹਾਓ, ਸੋ ਕੀ ਕਹਿੰਦਾ ਕਿ ਐਂਡ ਦੈਨ ਨੈਕਸਟ ਪੈਰਾ ਦੇਖੋ, 1000 motors roar under your windows every day. You have no idea to whom they belong or where they are going. ਸੋ ਟੀਚਰ ਨੂੰ ਹੀ ਪੁੱਛ ਰਿਹਾ ਕਿ ਤੁਸੀਂ ਇੱਕ ਬਹੁ ਮੰਜ਼ਲਾ ਇਮਾਰਤ ਵਿੱਚ ਰਹਿੰਦੇ ਹੋ, ਮਲਟੀ ਸਟੋਰੀਡ ਬਿਲਡਿੰਗ ਦੇ ਵਿੱਚ ਰਹਿੰਦੇ ਹੋ, ਜਿੱਥੇ ਕਿ ਤੁਹਾਡੇ ਕਈ ਉੱਥੋਂ ਦੀ ਕਾਰਾਂ ਨਿਕਲ ਕੇ ਜਾਂਦੀਆਂ ਹੈ ਸੜਕ ਦੇ ਉੱਪਰ। ਯੂ ਹੈਵ ਨੋ ਆਈਡੀਆ ਟੂ whom they belong or where they are going. ਸੋ ਜਿਸ ਤਰ੍ਹਾਂ ਅਸੀਂ ਸ਼ਹਿਰਾਂ 'ਚ ਜਾਣਾ ਸ਼ੁਰੂ ਕਰ ਦਿੰਦੇ ਹਾਂ ਜਾਂ ਅਸੀਂ ਥੋੜ੍ਹੀ ਖੁਸ਼ਹਾਲੀ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਾਂ, we do not pay much attention to our surroundings, to the people who live around us. ਸੋ ਇਹੀ ਉਹ ਗੱਲ ਕਰ ਰਿਹਾ ਕਿ ਕਿੰਨੇ ਹੀ ਤੁਹਾਡੇ ਘਰਾਂ ਦੇ ਤੋਂ ਮੋਟਰਸ ਲੰਘ ਕੇ ਜਾਂਦੀਆਂ ਔਰ ਤੁਹਾਨੂੰ ਬਿਲਕੁਲ ਪਤਾ ਨਹੀਂ ਹੈ ਕਿ ਉਹ ਕਿੱਥੇ ਜਾ ਰਹੀਆਂ। ਬਟ ਆਈ ਕੈਨ ਰੀਡ ਦ ਸਾਊਂਡਸ ਆਫ ਮਾਈ ਵੈਲੀ ਫॉर ਮਾਈਲਸ ਅਰਾਊਂਡ। ਪਰ ਉਹ ਕੀ ਕਹਿੰਦਾ ਕਿ ਮੈਨੂੰ ਆਪਣੇ ਜਿਹੜੀਆਂ ਜਿੱਥੇ ਮੈਂ ਰਹਿਣਾ ਹੈ, ਜਿਹੜੇ ਮੈਂ ਪਿੰਡ 'ਚ ਰਹਿਣਾ ਹੈਗਾ, ਉੱਥੋਂ ਦੀ ਮੇਰੀ ਜਿਹੜੀ ਹਿਲੀ ਏਰੀਆ ਹੈ, ਜਿਹੜਾ ਮੇਰੇ ਘਾਟੀ ਹੈ ਜਿੱਥੇ ਮੈਂ ਰਹਿਣਾ, ਉੱਥੇ ਤਾਂ ਮੈਨੂੰ ਉੱਥੋਂ ਦੀਆਂ ਆਵਾਜ਼ਾਂ ਬਾਰੇ ਬਹੁਤ ਅੱਛੀ ਜਾਣਕਾਰੀ ਹੈ। ਕਲੀਅਰ? ਦ ਸਾਊਂਡ ਆਫ ਦ ਮੋਟਰ ਇਨ ਦ ਡਿਸਟੈਂਸ ਇਨ ਨੀਵਿਓ ਗੋਇੰਗ ਟੂ ਦ ਸਟੇਸ਼ਨ ਬਿਟ ਲਿਟਲ ਲੇਟਰ। ਕਿ ਈਵਨ ਮੈਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿਹੜੀ ਕਾਰ ਕਿੰਨੇ ਵਜੇ ਨਿਕਲਦੀ ਹੈ। ਕਿਉਂਕਿ ਜਿੱਦਾਂ ਜਿਹੜੇ ਲੋਕ
ਥੋੜ੍ਹੇ ਜਿਸ ਤਰ੍ਹਾਂ ਆਪਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਥੋੜ੍ਹੇ ਬੈਕਵਰਡ ਏਰੀਆਜ਼ ਵਿੱਚ ਰਹਿੰਦੇ ਆ ਨੈਚੁਰਲੀ ਤੇ ਨੋ ਕਿ ਕਿੰਨੀਆਂ ਕੁ ਕਾਰਾਂ ਹੈਗੀਆਂ ਕਿੰਨੇ ਕੁ ਲੋਕ ਹੈਗੇ। ਸੋ ਕੀ ਕਹਿੰਦਾ ਕਿ ਮੈਨੂੰ ਈਵਨ ਇਹ ਵੀ ਪਤਾ ਹੁੰਦਾ ਕਿ ਕਿਹੜੀ ਕਾਰ ਕਿੰਨੇ ਵਜੇ ਨਿਕਲਦੀ ਹੈ, ਕਿੰਨੇ ਲੋਕਾਂ ਦੇ ਕੋਲ ਕਾਰਾਂ ਹੈਗੀਆਂ ਔਰ ਕਿਹੜੀ ਅੱਜ ਕਾਰ ਥੋੜ੍ਹੀ ਲੇਟ ਜਾ ਰਹੀ ਹੈ, ਮੋਟਰ ਕਿਹੜੀ ਲੇਟ ਜਾ ਰਹੀ ਹੈ। ਇਫ ਯੂ ਲਾਈਕ ਆਈ ਕੈਨ ਟੈਲ ਯੂ ਐਵਰੀਥਿੰਗ ਅਬਾਊਟ ਹੰਡਰਡਸ ਆਫ ਪੀਪਲ, ਡਜ਼ਨਸ ਆਫ ਫੈਮਲੀਜ਼ ਐਂਡ ਦੇਅਰ ਰਿਲੇਟਿਵਸ ਐਂਡ ਪਰਸਨਲ ਟਾਈਜ਼। ਸੋ ਕਹਿੰਦਾ ਕਿ ਮੈਂ ਹਰ ਇੱਕ ਬਾਰੇ ਦੱਸ ਸਕਦਾ ਦਰਜਨਾਂ ਪਰਿਵਾਰਾਂ ਨੂੰ ਮੈਂ ਜਾਣਦਾ ਹੈ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਣਦਾ ਹੈ, ਉਹਨਾਂ ਦੇ ਰਿਸ਼ਤਿਆਂ ਨੂੰ ਜਾਣਦਾ ਹੈ ਕਿ ਉਹਨਾਂ ਸੋ ਕਹਿੰਦਾ ਮੈਨੂੰ ਸਿਰਫ ਆਪਣੇ ਨੇਬਰਸ ਬਾਰੇ ਨਹੀਂ ਪਤਾ, ਮੈਨੂੰ ਈਵਨ ਮੈਨੂੰ ਸਿਰਫ ਆਪਣੇ ਏਰੀਆ ਦੇ ਲੋਕਾਂ ਬਾਰੇ ਨਹੀਂ ਪਤਾ, ਮੈਨੂੰ ਉਹਨਾਂ ਦੇ ਰਿਸ਼ਤੇਦਾਰਾਂ ਬਾਰੇ ਵੀ ਪਤਾ ਜਿਹੜੇ ਕਿ ਕਿਤੇ ਹੋਰ ਰਹਿੰਦੇ। ਸੋ ਦਿਸ ਜਸਟ points to the closeness that people living in not very developed areas, the closeness that they have with their neighbors। ਕਲੀਅਰ ਕਿ ਜਿਹੜੇ ਬਹੁਤ ਜ਼ਿਆਦਾ ਜਿੱਥੇ ਆਪਾਂ ਕਹਿੰਦੇ ਡਿਵੈਲਪਮੈਂਟ ਨਹੀਂ ਹੋਈ ਉੱਥੋਂ ਦੇ ਲੋਕ ਜਿਹੜੇ ਉਹ ਜ਼ਿਆਦਾ ਇੱਕ ਦੂਜੇ ਨਾਲ ਕਨੈਕਟਡ ਹੈਗੇ। ਸੋ ਕੀ ਕਹਿੰਦਾ ਕਿ ਮੈਂ ਤਾਂ ਬਹੁਤ ਲੋਕਾਂ ਬਾਰੇ ਬੜੀ ਪਰਸਨਲੀ ਜਾਣਦਾ, ਉਹਨਾਂ ਦੇ ਰਿਸ਼ਤੇਦਾਰਾਂ ਬਾਰੇ ਵੀ ਮੈਨੂੰ ਪਤਾ ਹੈਗਾ। whenever you speak to a worker you manage to get it all wrong, your choice of words, your tone, your jokes, I can tell। ਸੋ ਦੇਖੋ ਕੀ ਕਹਿ ਰਿਹਾ ਉਹ ਟੀਚਰ ਨੂੰ ਕਿ ਜਦੋਂ ਵੀ ਤੁਸੀਂ ਕੋਈ ਕਿਸੇ ਲੋਅਰ ਕਲਾਸ ਵਾਲੇ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ, ਕਿਸੇ ਵਰਕਰ ਨਾਲ ਗੱਲ ਕਰਦੇ ਹੋ ਕਿ ਤਾਂ ਤੁਸੀਂ ਜਿਹੜਾ ਕਿ ਕੋਈ ਲੇਬਰ ਕਰਦਾ ਵਿਅਕਤੀ ਜਦੋਂ ਤੁਸੀਂ ਉਹਦੇ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਉਹਦੇ ਨਾਲ ਗੱਲ ਕਰਨੀ ਹੀ ਨਹੀਂ ਆਉਂਦੀ। ਕਲੀਅਰ, ਤੁਹਾਨੂੰ ਪਤਾ ਹੀ ਨਹੀਂ ਕਿ ਉਹ ਕਿਸ ਤਰ੍ਹਾਂ ਦੀ ਭਾਸ਼ਾ ਇਸਤੇਮਾਲ ਕਰਦਾ ਹੈ। ਕਲੀਅਰ, ਬਿਕੋਜ਼ ਯੂ ਲੈਕ ਇਨ ਪ੍ਰੈਕਟੀਕਲ ਨੌਲੇਜ। ਕਲੀਅਰ ਕਿ ਅਸਲੀ ਜਿਹੜੀ ਲੋਕਾਂ ਦੀ ਭਾਸ਼ਾ ਉਹ ਨਹੀਂ ਤੁਹਾਨੂੰ ਪਤਾ, ਤੁਸੀਂ ਕਿਤਾਬਾਂ ਵੱਲ ਹੀ ਜ਼ਿਆਦਾ ਧਿਆਨ ਰਹੇ ਹੋ। ਯੋਰ ਚੋਇਸ ਆਫ ਵਰਡਸ, ਯੋਰ ਟੋਨ, ਯੋਰ ਜੋਕਸ, ਕਲੀਅਰ ਕਿ ਸਾਰਾ ਕੁਛ ਹੀ ਤੁਹਾਡਾ ਲਹਿਜਾ ਵੀ ਈਵਨ ਸਹੀ ਨਹੀਂ ਹੁੰਦਾ, ਸੂਟੇਬਲ ਨਹੀਂ ਹੁੰਦਾ ਜਦੋਂ ਤੁਸੀਂ ਕਿਸੇ ਲੋਅਰ ਕਲਾਸ ਵਾਲੇ ਨਾਲ ਤੁਸੀਂ ਗੱਲ ਕਰਦੇ ਹੋ। ਆਈ ਕੈਨ ਟੈਲ ਵਾਟ ਅ ਮਾਊਂਟੇਨੀਅਰ ਇਜ਼ ਥਿੰਕਿੰਗ ਈਵਨ ਵੈਨ ਹੀ ਕੀਪ ਸਾਈਲੈਂਟ। ਸੋ ਕਹਿੰਦਾ ਇਸ ਤੋਂ ਉਲਟ ਕਿ ਪਹਾੜੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਬਾਰੇ ਮੈਂ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਈਵਨ ਜਦੋਂ ਚੁੱਪਚਾਪ ਆ ਰਹੇ ਹੁੰਦੇ ਆ ਕਿਤੋਂ ਦੀ, ਈਵਨ ਆਈ ਕੈਨ ਟੈਲ ਕਿ ਉਹ ਕੀ ਸੋਚ ਰਹੇ। ਇਹਦਾ ਮਤਲਬ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਕਿ ਤੁਹਾਡੀ ਬੋਡੀ ਲੈਂਗੁਏਜ ਹੈ ਕਿ ਸਪੋਜ਼ ਯੂ ਆਰ ਵਰਿਡ, ਕਲੀਅਰ, ਦੈਨ ਯੋਰ ਗੇਟ ਇਜ਼ ਡਿਫਰੈਂਟ। ਗੇਟ ਕੀ ਹੁੰਦੀ ਹੈ? GAIT। ਤੁਹਾਡੀ ਚਾਲ ਜਿਹੜੀ ਹੈ ਉਹ ਯੋਰ ਮੈਨਰ ਆਫ ਵਾਕਿੰਗ, ਯੋਰ ਮੈਨਰ ਆਫ ਟਾਕਿੰਗ, ਇਹ ਸਾਰੇ ਕੀ ਹੋ ਜਾਂਦੇ ਆ? ਬਦਲ ਜਾਂਦੇ ਆ। ਕਲੀਅਰ, ਸੋ ਉਹ ਕੀ ਕਹਿੰਦਾ ਕਿ ਸੋ ਇਹ ਤੁਸੀਂ ਕਿੱਦਾਂ ਦੱਸ ਸਕਦੇ ਹੋ ਕਿ ਫੋਰ ਐਗਜ਼ਾਮਪਲ ਅ ਪਰਸਨ ਇਜ਼ ਨਾਟ ਈਵਨ talking with you, he is not even speaking to you, even then how can you tell ਕਿ ਉਹ ਕੀ ਸੋਚ ਰਿਹਾ ਹੈਗਾ? ਇਹਦੇ ਬੈਠਣ ਦੇ ਅੰਦਾਜ਼ ਤੋਂ। ਸੋ ਇਹ ਹਰ ਕੋਈ ਨਹੀਂ ਕਰ ਸਕਦਾ, ਇਹ ਸਿਰਫ ਕੌਣ ਲੋਕ ਕਰ ਸਕਦੇ ਜਿਨ੍ਹਾਂ ਨੇ ਕਿ ਬਹੁਤ ਜਿਹੜੇ ਇੱਕ ਦੂਜੇ ਨਾਲ ਜਿਨ੍ਹਾਂ ਨੇ ਇੰਟਰੈਕਟ ਕੀਤਾ, ਗੱਲਬਾਤ ਕੀਤੀ ਹੈ। ਸੋ ਕਹਿੰਦਾ ਕਿ ਮੈਂ ਇੰਨਾ ਜ਼ਿਆਦਾ ਲੋਕਾਂ ਨੂੰ ਚੰਗੀ ਤਰ੍ਹਾਂ ਕਲੋਜ਼ਲੀ ਜਾਣਦਾ ਕਿ ਮੈਨੂੰ ਤਾਂ ਈਵਨ ਕੋਈ ਚੁੱਪ ਵੀ ਹੋਵੇ ਤਦ ਵੀ ਮੈਂ ਦੱਸ ਸਕਦਾ ਹੈਗਾ ਉਹਦੇ ਬੈਠਣ ਦੇ ਅੰਦਾਜ਼ ਤੋਂ, ਉਹਦੇ ਖੜ੍ਹੇ ਹੋਣ ਦੇ ਅੰਦਾਜ਼ ਤੋਂ, ਉਹਦੇ ਤੁਰਨ ਦੇ ਸਟਾਈਲ ਤੋਂ ਕਿ ਉਹ ਕੀ ਸੋਚਦਾ ਹੋ ਸਕਦਾ ਹੈ। ਐਂਡ ਆਈ ਨੋ ਵਾਟ ਇਜ਼ ਔਨ ਹਿਜ਼ ਮਾਈਂਡ ਈਵਨ ਵੈਨ ਹੀ ਟਾਕਸ ਅਬਾਊਟ ਸਮਥਿੰਗ ਐਲਸ। ਕਿ ਕਈ ਵਾਰੀ ਤੁਹਾਡੇ ਦਿਮਾਗ 'ਚ ਕੁਝ ਚੱਲ ਰਿਹਾ ਹੁੰਦਾ ਪਰ ਤੁਸੀਂ ਗੱਲ ਕਰ ਰਹੇ ਹੁੰਦੇ ਹੋ ਕੁਛ ਹੋਰ। ਕਲੀਅਰ, ਸੋ ਜਿਹੜੇ ਵਿਅਕਤੀ ਨੇ ਬਹੁਤ ਜ਼ਿਆਦਾ ਦੂਜਿਆਂ ਦੇ ਨਾਲ ਗੱਲਬਾਤ ਕੀਤੀ ਹੋਈ ਹੈ ਈਵਨ ਉਹ ਦੱਸ ਸਕਦਾ ਕਿ ਇਹਦੇ ਮਾਈਂਡ 'ਚ ਕੀ ਹੈ ਅਤੇ ਇਹ ਕੁਛ ਇਹਦੇ ਦਿਮਾਗ 'ਤੇ ਹੋਰ ਗੱਲ ਹੈ ਅਤੇ ਗੱਲ ਕੀ ਹੋਰ ਕਰਦਾ ਪਿਆ। ਕਲੀਅਰ, ਸੋ ਇਹ ਵੀ ਤੁਹਾਨੂੰ ਦਿਸ ਆਲਸੋ ਕਮਜ਼ ਵਿਦ ਐਕਸਪੀਰੀਅੰਸ। ਜਿਹੜਾ ਕਿ ਉਹ ਕੀ ਕਹਿੰਦਾ ਹੈਗਾ ਕਿ ਅਸੀਂ ਜਿਹੜੇ ਲੋਕ ਹੈਗੇ ਹਾਂ ਜਿਹੜੇ ਕਿ ਬਹੁਤ ਜ਼ਿਆਦਾ ਅਮੀਰ ਨਹੀਂ ਹੈਗੇ, ਅਸੀਂ ਜੋ ਗੱਲਾਂ ਲੋਕਾਂ ਬਾਰੇ ਪਤਾ ਕਰ ਸਕਦੇ ਹਾਂ ਉਹ ਅਮੀਰ ਘਰਾਂ ਦੇ ਜਿਹੜੇ ਲੋਕ ਹੈਗੇ ਆ ਉਹ ਬਿਲਕੁਲ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਟੁੱਟ ਕੇ ਰਹਿੰਦੇ ਆ। ਉਹ ਦੇ ਡੂ ਨਾਟ ਕਨੈਕਟ ਵਿਦ ਅਦਰ ਪੀਪਲ। ਕਲੀਅਰ, ਜਿੱਦਾਂ ਕਿ ਛੋਟੇ ਇਲਾਕਿਆਂ ਦੇ ਲੋਕ, ਕਸਬਿਆਂ ਦੇ ਲੋਕ ਜਿੱਦਾਂ ਇੱਕ ਦੂਸਰੇ ਨਾਲ ਜੁੜ ਕੇ ਰਹਿੰਦੇ ਆ। ਸੋ ਕੀ ਕਹਿੰਦਾ ਕਿ ਦਿਸ ਇਜ਼ ਦ ਸੋਰਟ ਆਫ ਕਲਚਰ ਯੋਰ ਪੋਇਟਸ ਸ਼ੁੱਡ ਹੈਵ ਗਿਵਨ ਯੂ। ਸੋ ਫਿਰ ਉਹ ਟੀਚਰ ਨੂੰ ਕੀ ਕਹਿ ਰਿਹਾ ਕਿ ਇਹ ਵਾਲੀ ਜਿਹੜੀ ਇਹ ਤੁਹਾਨੂੰ ਜਿਹੜੇ ਤੁਸੀਂ ਪੋਇਟਸ ਇੰਨੇ ਪੜ੍ਹੇ ਹੋਏ ਹੈ ਕਿ ਜਿਹੜੇ ਤੁਸੀਂ ਇੰਨੇ
ਕਵੀ ਪੜ੍ਹੇ, ਇੰਨੀਆਂ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹੀਆਂ ਹੋਈਆਂ। ਇਹ ਚੀਜ਼ਾਂ ਉਹਨਾਂ ਕਿਤਾਬਾਂ ਦੇ ਵਿੱਚ ਤੁਹਾਨੂੰ ਸਿਖਾਈਆਂ ਜਾਣੀਆਂ ਚਾਹੀਦੀਆਂ ਸੀ ਕਿ ਆਮ ਲੋਕ ਕਿੱਦਾਂ ਰਹਿੰਦੇ ਹੈ, ਆਮ ਲੋਕਾਂ ਨਾਲ ਕਿੱਦਾਂ ਗੱਲਬਾਤ ਕਰਨੀ ਹੈ। ਸੋ ਆਮ ਲੋਕ ਕਿਸ ਤਰ੍ਹਾਂ ਕੀ ਸੋਚਦੇ ਹੈਗੇ। ਪਰ ਕੀ ਕਹਿੰਦਾ ਕਿ ਇਹ ਚੀਜ਼ਾਂ ਤੁਹਾਡੀਆਂ ਕਿਤਾਬਾਂ ਨੇ ਤੁਹਾਨੂੰ ਨਹੀਂ ਸਿਖਾਈਆਂ। ਇਟ ਇਜ਼ ਦ ਕਲਚਰ ਆਫ 9/10 ਆਫ ਦ ਅਰਥ ਬਟ ਨੋ ਵਨ ਹੈਜ਼ ਯੈਟ ਮੈਨੇਜ ਟੂ ਪੁੱਟ ਇਟ ਡਾਊਨ ਇਨ ਵਰਡਸ ਔਰ ਪਿਕਚਰਸ ਔਰ ਫਿਲਮਸ। ਸੋ ਕੀ ਕਹਿੰਦਾ ਕਿ ਇਹੀ ਕਲਚਰ ਹੈਗੀ ਹੈ 9/10 ਆਫ ਦ ਅਰਥ ਦੀ, ਮਤਲਬ ਕਿ ਬਹੁਤ ਵੱਡੀ ਗਿਣਤੀ ਦੀ, ਤਕਰੀਬਨ ਸਾਰੀ ਦੁਨੀਆ ਦੀ ਹੀ ਕਹਿੰਦਾ ਉਹੀ ਭਾਸ਼ਾ ਹੈ, ਉਹੀ ਸੱਭਿਆਚਾਰ ਹੈ। ਇਹਦਾ ਮਤਲਬ ਕੀ ਹੈ ਕਿ ਓਨਲੀ 1/10 ਕਿ 1/10 ਹਿੱਸਾ ਹੀ ਦੁਨੀਆ ਦੇ ਕੀ ਹੈਗੇ ਅਮੀਰ ਲੋਕ ਹੈ। ਕਲੀਅਰ। ਬਾਕੀ ਸਾਰੇ ਕੀ ਹੈਗੇ ਆ 9/10 ਹਿੱਸਾ ਕੀ ਹੈਗੇ ਗਰੀਬ ਲੋਕ ਹੈ, ਆਮ ਲੋਕ ਹੈਗੇ ਹੈ। ਕਲੀਅਰ। ਪਰ ਕੀ ਕਹਿੰਦਾ ਹੈ ਕਿ ਜਿਹੜੇ ਟੀਚਰਸ ਹੈਗੇ ਜਿਹੜੇ ਉਹਨਾਂ ਸਕੂਲਸ ਵਿੱਚ ਪੜ੍ਹਾਉਂਦੇ ਅਤੇ ਜਿਹੜੇ ਬੱਚੇ ਜਿਹੜੇ ਇਹਨਾਂ ਪਬਲਿਕ ਸਕੂਲਸ ਦੇ ਵਿੱਚ ਜਾਂ ਕਨਵੈਨਸ਼ਨਲ ਸਕੂਲਸ ਦੇ ਵਿੱਚ ਪੜ੍ਹਦੇ ਹੈ, ਉਹ ਵਾਲੇ ਉਹ ਕੌਣ ਹੈ, ਉਹ ਅਮੀਰ ਤਬਕਾ ਹੈ ਜਿਨ੍ਹਾਂ ਨੂੰ ਕਿ ਆਮ ਲੋਕਾਂ ਬਾਰੇ ਨਹੀਂ ਪਤਾ। ਸੋ ਆਮ ਲੋਕ ਜਿਹੜੇ ਕਿ ਤਕਰੀਬਨ 9/10 ਹਿੱਸਾ, ਇੱਕ ਵੱਡਾ ਹਿੱਸਾ ਦੁਨੀਆ ਦਾ ਗਰੀਬਾਂ ਦਾ ਹੈਗਾ। ਸੋ ਕਹਿੰਦਾ ਕਿ ਬਟ ਨੋ ਵਨ ਹੈਜ਼ ਯੈਟ ਮੈਨੇਜ ਟੂ ਪੁੱਟ ਇਟ ਡਾਊਨ ਇਨ ਵਰਡਸ ਔਰ ਪਿਕਚਰਸ ਔਰ ਫਿਲਮਸ। ਪਰ ਕਹਿੰਦਾ ਕਿ ਆਮ ਦੁਨੀਆ ਕਿੱਦਾਂ ਰਹਿੰਦੀ ਹੈ, ਗਰੀਬ ਲੋਕ ਕਿੱਦਾਂ ਰਹਿੰਦੇ ਹੈ, ਇਹ ਚੀਜ਼ਾਂ ਤੁਹਾਨੂੰ ਕਿਤਾਬਾਂ ਔਰ ਤੁਹਾਨੂੰ ਈਵਨ ਫਿਲਮਸ ਵੀ ਨਹੀਂ ਸਿਖਾ ਸਕਦੀਆਂ। ਠੀਕ ਕਿ ਮਤਲਬ ਪ੍ਰੈਕਟੀਕਲ ਨੌਲੇਜ ਜਿਹੜੀ ਹੈਗੀ ਹੈ ਉਹ ਮਹਿੰਗੇ ਸਕੂਲਾਂ ਦੇ ਟੀਚਰਸ ਨੂੰ ਵੀ ਨਹੀਂ ਪਤਾ ਅਤੇ ਵਿਦਿਆਰਥੀਆਂ ਨੂੰ ਵੀ ਨਹੀਂ ਪਤਾ। ਬੀ ਅ ਬਿਟ ਹੰਬਲ ਐਟਲੀਸਟ। ਸੋ ਕਹਿੰਦਾ ਕਿ ਤੁਹਾਨੂੰ ਨਹੀਂ ਪਤਾ ਕੋਈ ਗੱਲ ਨਹੀਂ, ਪਰ ਫਿਰ ਐਟਲੀਸਟ ਇੰਨਾ ਘਮੰਡ ਨਾ ਰੱਖੋ। ਬੀ ਅ ਬਿਟ ਹੰਬਲ ਐਟਲੀਸਟ, ਕਿ ਥੋੜ੍ਹਾ ਜਿਹਾ ਨਿਮਰ ਹੋ ਕੇ ਤਾਂ ਰਹੋ। ਹੰਬਲ ਦਾ ਮਤਲਬ ਇਹ ਕਿ ਜਿਹਦੇ ਵਿੱਚ ਕਿ ਘਮੰਡ ਨਾ ਹੋਵੇ। ਸੋ ਕਹਿੰਦਾ ਕਿ ਤੁਹਾਨੂੰ ਕਈ ਚੀਜ਼ਾਂ ਨਹੀਂ ਪਤਾ ਜਿਹੜੀਆਂ ਕਿ ਮੈਨੂੰ ਪਤਾ ਹੈ। ਸੋ ਐਟਲੀਸਟ ਥੋੜ੍ਹਾ ਜਿਹਾ ਇੰਨੇ ਘਮੰਡੀ ਤਾਂ ਨਾ ਬਣੋ। Your culture has gaps as wide as ours, perhaps even wider, certainly more damaging to a teacher in the elementary schools। ਕਿ ਜੋ ਤੁਸੀਂ ਹੁਣ ਤੱਕ ਸਿੱਖਿਆ ਹੈਗਾ, ਜਿਹੜਾ ਤੁਹਾਡਾ ਸੱਭਿਆਚਾਰ ਹੈਗਾ, ਉਹਦੇ ਵਿੱਚ ਵੀ ਕਈ ਕਮੀਆਂ ਹੈ। ਟੀਚਰ ਨੂੰ ਕਹਿ ਰਿਹਾ ਹੈਗਾ ਕਲੀਅਰ ਕਿ ਐਟਲੀਸਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜ਼ਿਆਦਾਤਰ ਜਿਹੜੀ ਦੁਨੀਆ ਹੈ ਉਹ ਗਰੀਬ ਹੈ, ਉਹ ਕਿੱਦਾਂ ਜੀਂਦੇ ਹੈ। ਯੂ ਡੂ ਨਾਟ ਨੋ ਦੈਟ। ਸੋ ਤੁਹਾਨੂੰ ਵੀ ਕਈ ਚੀਜ਼ਾਂ ਨਹੀਂ ਪਤਾ, ਤੁਸੀਂ ਸਾਨੂੰ ਕਹਿੰਦੇ ਹੋ ਕਿ ਸੋ ਵਿਦਿਆਰਥੀ ਕੀ ਸੋਚਦੇ ਆ ਕਿ ਟੀਚਰਸ ਸਾਨੂੰ ਕੀ ਕਹਿੰਦੇ ਕਿ ਤੁਹਾਨੂੰ ਆ ਨਹੀਂ ਆਉਂਦਾ, ਤੁਹਾਨੂੰ ਆ ਨਹੀਂ ਆਉਂਦਾ। ਉਹਨਾਂ ਨੇ ਕੀ ਗਿਣਾਇਆ ਕਿ ਜਿਹੜੇ ਮਹਿੰਗੇ ਸਕੂਲਸ ਦੇ ਟੀਚਰਸ ਹੈਗੇ ਉਹਨਾਂ ਨੂੰ ਵੀ ਕਾਫੀ ਕੁਛ ਨਹੀਂ ਆਉਂਦਾ। ਸੋ ਕਿਹੜੀਆਂ ਚੀਜ਼ਾਂ ਉਹਨੇ ਵੈਸੇ ਕਹੀਆਂ ਹੈਗੀਆਂ। ਸੋ ਉਹਨੇ ਕਿਹੜੀਆਂ ਚੀਜ਼ਾਂ ਕਹੀਆਂ ਤਕਰੀਬਨ, ਜਿਸ ਤਰ੍ਹਾਂ ਕਿ ਆਮ ਲੋਕ ਕਿੱਦਾਂ ਰਹਿੰਦੇ ਹੈ, ਆਮ ਲੋਕ ਕਿੱਦਾਂ ਬੋਲਦੇ ਹੈ, ਕਲੀਅਰ, ਦੁਨੀਆ ਦੇ ਵਿੱਚ ਪ੍ਰੈਕਟੀਕਲੀ ਕਿੱਦਾਂ ਚੱਲਣਾ ਹੈਗਾ। ਇਹ ਚੀਜ਼ਾਂ ਉਹ ਕੀ ਕਹਿੰਦਾ ਕਿ ਨਾ ਤਾਂ ਮਹਿੰਗੇ ਸਕੂਲਾਂ ਦੇ ਟੀਚਰਸ ਨੂੰ ਆਉਂਦੀਆਂ ਅਤੇ ਨਾ ਹੀ ਵਿਦਿਆਰਥੀਆਂ ਨੂੰ, ਜਿਹੜੇ ਖਾਸ ਤੌਰ 'ਤੇ ਕਿਹੜੇ ਵਿਦਿਆਰਥੀ ਜਿਹੜੇ ਕਿ ਅਮੀਰ ਪਰਿਵਾਰਾਂ ਦੇ ਹੈਗੇ। ਸੋ ਕੀ ਕਹਿੰਦਾ ਕਿ ਤੁਹਾਨੂੰ ਵੀ ਕਈ ਚੀਜ਼ਾਂ ਨਹੀਂ ਆਉਂਦੀਆਂ। ਸੋ ਐਟਲੀਸਟ ਥੋੜ੍ਹਾ ਜਿਹਾ ਘਮੰਡ ਤਾਂ ਛੱਡ ਦਿਓ। ਬੀ ਅ ਬਿਟ ਹੰਬਲ ਐਟਲੀਸਟ, ਕਿ ਕਮ ਸੇ ਕਮ ਇੰਨਾ ਤਾਂ ਕਰ ਸਕਦੇ ਹੋ। ਸੋ ਕਹਿੰਦਾ ਕਿ ਤੁਹਾਨੂੰ ਜਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ ਉਹਦੇ ਕਰਕੇ ਨੁਕਸਾਨ ਕਿਹਦਾ ਹੁੰਦਾ ਹੈ, ਜਿਹੜੇ ਕਿ ਵਿਦਿਆਰਥੀ ਹੈਗੇ ਤੁਹਾਡੇ ਸਕੂਲਾਂ ਦੇ, ਖਾਸ ਤੌਰ 'ਤੇ ਜਿਹੜੇ ਐਲੀਮੈਂਟਰੀ ਸਕੂਲਸ ਦੇ ਸਟੂਡੈਂਟਸ ਹੈ, ਕਿਉਂਕਿ ਉਹਨਾਂ ਦੇ ਟੀਚਰਸ ਨੂੰ ਇਹ ਵਾਲੀਆਂ ਗੱਲਾਂ ਨਹੀਂ ਪਤਾ। ਐਲੀਮੈਂਟਰੀ ਸਕੂਲਸ ਕੀ ਹੁੰਦੇ ਜਿੱਥੇ ਕਿ ਬਹੁਤ ਛੋਟੇ ਬੱਚੇ ਪੜ੍ਹਦੇ ਹੈ। ਨੈਚੁਰਲੀ ਉੱਥੋਂ ਦੇ ਟੀਚਰਸ ਜਿਹੜੇ ਹੈਗੇ ਆ ਦੇ ਸ਼ੁੱਡ ਬੀ ਵੈਰੀ ਗੁੱਡ। ਕਲੀਅਰ। ਉਹਨਾਂ ਵਿੱਚ ਇੱਦਾਂ ਦੀਆਂ ਕਮੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਇਹਨੇ ਗਿਣਾਈਆਂ ਹੈਗੀਆਂ। ਐਟ ਦ ਜਿਮਨਾਸਟਿਕਸ ਐਗਜ਼ਾਮ ਦ ਟੀਚਰ ਥਰੂ ਅਸ ਅ ਬਾਲ। ਸੋ ਫਿਰ ਉਹ ਦੱਸਦਾ ਹੈ ਕਿ ਜਦੋਂ ਸਾਡਾ ਫਿਜ਼ੀਕਲ ਐਜੂਕੇਸ਼ਨ ਦਾ ਜਿਮਨਾਸਟਿਕਸ ਦਾ ਪੇਪਰ ਹੋਇਆ ਤਾਂ ਉਸ ਐਗਜ਼ਾਮ ਦੇ ਵਿੱਚ ਟੀਚਰ ਨੇ ਸਾਡੇ ਵੱਲ ਇੱਕ ਬਾਲ ਸੁੱਟੀ, ਸਾਨੂੰ ਕੀ ਕਿਹਾ, ਪਲੇ ਬਾਸਕਿਟਬਾਲ। ਔਰ ਸਾਨੂੰ ਕੀ ਕਿਹਾ ਪਿੰਡ ਦੇ ਬੱਚਿਆਂ ਨੂੰ ਕਿ ਬਾਸਕਿਟਬਾਲ ਖੇਡ ਕੇ ਦਿਖਾਓ। ਵੀ ਡਿਡਨਟ ਨੋ ਹਾਊ। ਸੋ ਕਹਿੰਦਾ ਸਾਨੂੰ ਬੇਸ਼ੱਕ ਅਸੀਂ ਫਿਜ਼ੀਕਲੀ ਜਿਹੜੇ ਅਸੀਂ ਵਿਲੇਜਿਸ ਦੇ ਜਿਹੜੇ ਅਸੀਂ ਪਹਾੜੀ ਪਿੰਡਾਂ ਦੇ ਜਿਹੜੇ ਸੀਗੇ ਅਸੀਂ ਫਿਜ਼ੀਕਲੀ ਬੜੇ ਤਕੜੇ ਸੀਗੇ। ਕਲੀਅਰ। ਪਰ ਸਾਨੂੰ ਕਿਉਂਕਿ ਬਾਸਕਿਟਬਾਲ ਅਸੀਂ ਕਦੇ ਦੇਖੀ ਨਹੀਂ ਸੀਗੀ, ਕਿਉਂਕਿ ਅਸੀਂ ਸ਼ਹਿਰੀ ਜਿਹੜੀਆਂ ਗੇਮਸ ਆ ਸਾਨੂੰ ਨਹੀਂ ਪਤਾ ਸੀਗੀਆਂ, ਸੋ ਉਹ ਸਾਨੂੰ ਖੇਡਣੀ ਨਹੀਂ ਆਈ, ਸਾਨੂੰ ਉਹਦੇ ਰੂਲਸ ਹੀ ਨਹੀਂ ਪਤਾ ਸੀਗੇ। ਦ ਟੀਚਰ ਲੁਕਡ ਅਸ ਓਵਰ ਵਿਦ ਕੰਟੈਂਪਟ ਮਾਈ ਪੂਅਰ ਚਿਲਡਰਨ। ਸੋ ਕਹਿੰਦੇ ਕਿ ਬਜਾਏ ਕਿ ਟੀਚਰ ਨੇ ਇਹ ਦੇਖਣ ਦੇ ਕਿ ਫਿਜ਼ੀਕਲੀ ਇਹ ਜਿਹੜੇ ਸਟੂਡੈਂਟਸ ਹੈਗੇ ਆ ਇਹ ਕਿੰਨਾ ਕੁਝ ਕਰ ਸਕਦੇ ਆ, ਹੋਰ ਇਹ ਕਿੰਨਾ ਤੇਜ਼ ਦੌੜ ਸਕਦੇ ਆ, ਇਹਨਾਂ ਵਿੱਚ ਜ਼ੋਰ ਕਿੰਨਾ ਹੈਗਾ, ਉਹਨੇ ਸਿਰਫ ਉਹਨਾਂ ਨੂੰ ਕਿੱਦਾਂ ਜੱਜ ਕੀਤਾ,
ਉਹਨਾਂ ਨੂੰ ਕਿੱਦਾਂ ਉਹਨੇ ਉਸ ਟੈਸਟ ਵਿੱਚ ਫੇਲ ਕਰ ਦਿੱਤਾ ਕਿ ਇਹਨਾਂ ਨੂੰ ਬਾਸਕਟਬਾਲ ਖੇਡਣੀ ਨਹੀਂ ਆਉਂਦੀ, ਠੀਕ, ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਉਹ ਗੇਮ ਖੇਡਣ ਦਾ, ਉਹਦੇ ਨਿਯਮ ਪਤਾ ਕਰਨ ਦਾ, ਉਹਦੇ ਰੂਲਸ ਪਤਾ ਕਰਨ ਦਾ। ਹੀ ਟੂ ਇਜ਼ ਵਨ ਆਫ ਯੂ। ਸੋ ਕੀ ਕਹਿੰਦੇ ਆ ਬੱਚੇ ਕਿ ਜਿਹੜਾ ਇਹ ਵਾਲਾ ਟੀਚਰ ਸੀਗਾ, ਜਿਹੜਾ ਫਿਜ਼ੀਕਲ ਐਜੂਕੇਸ਼ਨ ਵਾਲਾ ਟੀਚਰ ਸੀ, ਉਹ ਵੀ ਆਮ ਤੌਰ 'ਤੇ ਜਿਹੜੇ ਮਹਿੰਗੇ ਸਕੂਲ, ਜਿਹੜੇ ਰਵਾਇਤੀ ਸਕੂਲਸ ਹੈ ਉਹਨਾਂ ਦੇ ਟੀਚਰਸ ਵਰਗਾ, ਮਤਲਬ ਉਹਨਾਂ ਵਿੱਚੋਂ ਹੀ ਇੱਕ ਸੀਗਾ। The ability to handle a conventional ritual seemed so vital to him. Vital means important. So ਕੀ ਕਹਿੰਦਾ ਕਿ ਇੱਕ ਰਵਾਇਤੀ ਗੇਮ ਖੇਡਣਾ ਹੀ ਇੰਪੋਰਟੈਂਟ ਸੀਗਾ। ਸੋ ਟੀਚਰ ਨੇ ਇਹ ਨਹੀਂ ਦੇਖਿਆ ਕਿ ਇਹ ਵਾਲੇ ਸਟੂਡੈਂਟਸ ਦੇ ਵਿੱਚ ਕਿੰਨੀਆਂ ਚੀਜ਼ਾਂ ਹੋਰ ਹੈਗੀਆਂ। ਫਿਜ਼ੀਕਲੀ ਦੇ ਆਰ ਮਚ ਸਟਰੋਂਗਰ, they are much faster than the other students, but he told the principal that we had not been given any physical education and we should take the exams again in the autumn. So ਉਹਨੇ ਕੀ ਦੱਸਿਆ ਕਿ ਸਾਨੂੰ ਫਿਜ਼ੀਕਲ ਐਜੂਕੇਸ਼ਨ ਨਹੀਂ ਆਉਂਦੀ, ਉਹਨੇ ਪ੍ਰਿੰਸੀਪਲ ਨੂੰ ਕੀ ਦੱਸਿਆ, ਔਰ ਸਾਨੂੰ ਉਹ ਵਾਲੇ ਐਗਜ਼ਾਮ 'ਚੋਂ ਫੇਲ ਕਰ ਦਿੱਤਾ। ਐਨੀ ਵਨ ਆਫ ਅਸ ਕੁਡ ਕਲਾਈਮ ਐਨ ਓਕ ਟਰੀ। ਹੁਣ ਉਹ ਕੀ ਕਹਿੰਦਾ ਕਿ ਫਿਰ ਕੀ ਹੋ ਗਿਆ ਜੇ ਸਾਨੂੰ ਪਿੰਡਾਂ ਦੇ ਮੁੰਡਿਆਂ ਨੂੰ, ਜੇ ਸਾਨੂੰ ਬਾਸਕਿਟਬਾਲ ਖੇਡਣੀ ਨਹੀਂ ਆਉਂਦੀ ਸੀ, ਸਾਨੂੰ ਐਟਲੀਸਟ ਸਾਨੂੰ ਦਰਖਤ ਚੜ੍ਹਨਾ ਆਉਂਦਾ ਸੀਗਾ। ਵਨਸ ਅਪ ਦੇਅਰ ਵੀ ਕੁਡ ਲੈਟ ਗੋ ਵਿਦ ਆਵਰ ਹੈਂਡਸ ਐਂਡ ਚੌਪ ਆਫ ਅ 200 ਪਾਊਂਡ ਬ੍ਰਾਂਚ ਵਿਦ ਅ ਹੈਚਟ। ਕਿ ਸਾਨੂੰ ਤਾਂ ਜੇ ਤੁਸੀਂ ਦੇਖੋ ਤਾਂ ਅਸੀਂ ਕਿੰਨੇ ਸਟਰੋਂਗ ਹੈਗੇ ਹਾਂ ਸ਼ਹਿਰੀ ਮੁੰਡਿਆਂ ਤੋਂ ਜਾਂ ਅਮੀਰ ਪਰਿਵਾਰ ਦੇ ਮੁੰਡਿਆਂ ਤੋਂ, ਕਿਉਂਕਿ ਅਸੀਂ ਤਾਂ ਕੀ ਕਰ ਸਕਦੇ ਹਾਂ, ਮਿੰਟਾਂ ਦੇ ਸਕਿੰਟਾਂ ਦੇ ਵਿੱਚ ਅਸੀਂ ਇੱਕ ਵੱਡੇ ਦਰਖਤ ਦੇ ਉੱਪਰ ਚੜ੍ਹ ਸਕਦੇ ਹਾਂ। ਔਰ ਉੱਪਰ ਚੜ੍ਹ ਕੇ ਅਸੀਂ ਕੀ ਕਰ ਸਕਦੇ ਹਾਂ, ਈਵਨ ਹੱਥ ਛੱਡ ਕੇ ਅਸੀਂ ਆਰਾਮ ਦੇ ਨਾਲ ਇੱਕ ਬਹੁਤ ਹੀ ਭਾਰਾ ਉਹਦਾ ਜਿਹੜਾ ਟਾਹਣਾ ਹੈਗਾ ਦਰਖਤ ਦਾ, ਜਿਹਦਾ ਕਿ ਵਜ਼ਨ ਕਿੰਨਾ ਹੋਊਗਾ 200 ਪਾਊਂਡ। ਜਸਟ ਇਮੈਜਨ, ਉਹਨਾਂ ਅਸੀਂ ਕੁਲਾੜੀ ਦੇ ਨਾਲ ਆਰਾਮ ਨਾਲ ਕੱਟ ਸਕਦੇ ਹਾਂ। ਦੈਨ ਵੀ ਕੁਡ ਡਰੈਗ ਇਟ ਥਰੂ ਦ ਸਨੋ ਟੂ ਆਵਰ ਮਦਰਸ ਡੋਰ ਸਟੈਪ। ਸੋ ਸਿਰਫ ਇੰਨਾ ਹੀ ਨਹੀਂ, ਉਸ ਵੱਡੇ ਬ੍ਰਾਂਚ ਨੂੰ ਨੀਚੇ ਸੁੱਟ ਕੇ ਅਸੀਂ ਫਿਰ ਕੀ ਕਰ ਸਕਦੇ ਹਾਂ, ਈਵਨ ਇਕੱਲੇ ਹੀ ਉਹਨੂੰ ਬਰਫ਼ 'ਚੋਂ ਖਿੱਚ ਕੇ, ਕਿਉਂਕਿ ਬਰਫ਼ ਜਿਹੜੀ ਹੁੰਦੀ ਹੈ ਸਨੋ ਇਜ਼ ਵੈਰੀ ਸਲਿਪਰੀ। ਸੋ ਕਹਿੰਦਾ ਈਵਨ ਸਾਡੇ ਵਿੱਚ ਤਾਂ ਕਿੰਨਾ ਜ਼ੋਰ ਹੈਗਾ, ਫਿਜ਼ੀਕਲ ਸਟੈਮਿਨਾ ਕਿੰਨਾ ਹੈਗਾ, ਫਿਜ਼ੀਕਲ ਸਟਰੈਂਥ ਕਿੰਨੀ ਹੈ ਕਿ ਅਸੀਂ ਫਿਰ ਈਵਨ ਉਹ ਇੰਨੇ ਭਾਰੇ ਜਿਹੜਾ ਬ੍ਰਾਂਚ ਹੈ ਉਹਨੂੰ ਅਸੀਂ ਖਿੱਚ ਕੇ ਆਪਣੇ ਘਰ ਤੱਕ ਵੀ ਲਿਜਾ ਸਕਦੇ ਹਾਂ, ਕਿ ਵੀ ਆਰ ਸੋ ਸਟਰੋਂਗ। ਪਰ ਫਿਜ਼ੀਕਲ ਐਜੂਕੇਸ਼ਨ ਦੇ ਟੈਸਟ ਦੇ ਵਿੱਚ ਇਹ ਚੀਜ਼ ਟੀਚਰ ਨੇ ਦੇਖੀ ਹੀ ਨਹੀਂ। ਉਹਨੇ ਕੀ ਸਿਰਫ ਦੇਖਿਆ ਵੀ ਇਹਨਾਂ ਨੂੰ ਬਾਸਕਿਟਬਾਲ ਨਹੀਂ ਖੇਡਣੀ ਆਉਂਦੀ, ਤਾਂ ਉਹਨੇ ਇਹਨਾਂ ਨੂੰ ਫੇਲ ਕਰ ਦਿੱਤਾ। I heard of a gentleman in Florence who rides upstairs in his house in a lift, but then he has bought himself an expensive gadget and pretends to row in it. You would give him an A in physical education. So ਕਹਿੰਦਾ ਕਿ ਇਸੇ ਤਰ੍ਹਾਂ ਦੇ ਨਾਲ ਕਹਿੰਦਾ ਇੱਕ ਮੈਂ ਵਿਅਕਤੀ ਨੂੰ ਜਾਣਦਾ ਹੈ ਜਿਹੜਾ ਕਿ ਇੱਕ ਸ਼ਹਿਰ 'ਚ ਰਹਿੰਦਾ ਹੈਗਾ, ਜਿਹਦਾ ਕਿ ਫਿਜ਼ੀਕਲ ਐਕਟੀਵਿਟੀ ਇੰਨੀ ਘੱਟ ਹੈ ਕਿ ਉਹ ਆਪਣੇ ਘਰ ਦੇ ਵਿੱਚ ਵੀ ਉਹਨੇ ਲਿਫਟ ਲਵਾਈ ਹੋਈ ਹੈ, ਔਰ ਉਹ ਲਿਫਟ ਦੇ ਵਿੱਚ ਹੀ ਉਤਰਦਾ ਚੜ੍ਹਦਾ ਹੈ। ਪਰ ਉਹਨੇ ਫਿਰ ਕੀ ਕੀਤਾ, ਉਹਨੇ ਇੱਕ ਬਹੁਤ ਹੀ ਮਹਿੰਗਾ ਗੈਜਟ ਉਹਨੇ ਖਰੀਦਿਆ, ਔਰ ਉਹਦੇ ਵਿੱਚ ਉਹ ਐਕਸਰਸਾਈਜ਼ ਕਰਦਾ। ਜਿਸ ਤਰ੍ਹਾਂ ਤੁਸੀਂ ਵੀ ਦੇਖਦੇ ਹੋਵੋਗੇ ਕਈ ਵਾਰੀ ਕਈ ਘਰਾਂ ਦੇ ਵਿੱਚ ਜਿਮਨੇਜ਼ੀਅਮ ਹੈਗੇ, ਸੋ ਲੋਕ ਉਹ ਕੀ ਕਰਦੇ ਆ, ਦੇ ਡੂ ਨਾਟ ਡੂ ਐਨੀ ਅਦਰ ਐਕਸਰਸਾਈਜ਼, ਐਨੀ ਅਦਰ ਵਰਕ, ਔਰ ਉਹ ਵਾਲੀਆਂ ਮਸ਼ੀਨਾਂ ਦੇ ਉੱਪਰ ਐਕਸਰਸਾਈਜ਼ ਕਰਦੇ। ਇਹੀ ਉਹ ਕਹਿ ਰਿਹਾ ਹੈਗਾ, ਯੂ ਵੁੱਡ ਗਿਵ ਹਿਮ ਐਨ ਏ ਇਨ ਫਿਜ਼ੀਕਲ ਐਜੂਕੇਸ਼ਨ। ਸੋ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਏ ਦੇ ਦਿੰਦੇ ਹੋ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ, ਸਾਡੇ ਵਰਗਿਆਂ ਨੂੰ ਕੀ ਕਰਦੇ ਹੋ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਦੇ ਵਿੱਚ, ਔਰ ਸਾਡੇ ਵਰਗਿਆਂ ਨੂੰ ਤੁਸੀਂ ਫੇਲ ਕਰ ਦਿੰਦੇ ਹੋ। ਕਲੀਅਰ। ਸੋ ਹੁਣ ਇਹਨੂੰ ਲੈਟ ਅਸ ਨਾਓ ਗੋ ਥਰੂ ਦ ਕੁਐਸਚਨਸ ਗਿਵਨ ਐਟ ਦ ਐਂਡ ਵੈਰੀ ਬਰੀਫਲੀ। ਆਈ ਹੋਪ ਯੂ ਹੈਵ ਅੰਡਰਸਟੂਡ ਦਿਸ। ਹੁਣ ਦੇਖੋ ਪਹਿਲਾ ਜਿਹੜਾ ਹੈਗਾ ਇਹ ਸਿਰਫ ਤੁਹਾਡੀ ਅੰਡਰਸਟੈਂਡਿੰਗ ਵਾਸਤੇ ਹੈ ਕੁਐਸਚਨਸ। ਵਾਈ ਡਜ਼ ਦ ਸਟੂਡੈਂਟ, ਪਹਿਲਾ ਦੇਖੋ answer the following questions in 2 to 5 sentences each. So ਤੁਹਾਨੂੰ ਆਨੇ long answer questions ਹੈ, but still you must go through them to have a better understanding of the chapter. Why does the students think that the teacher won't remember him? So ਇਹ ਜਿਹੜਾ ਸਟੂਡੈਂਟ ਹੈ ਅਸਲ ਵਿੱਚ ਇਹ ਇੱਕ ਵਿਦਿਆਰਥੀ ਨੇ ਨਹੀਂ ਕਿਤਾਬ ਲਿਖੀ, ਇਹ 8 ਸਟੂਡੈਂਟਸ ਨੇ ਮਿਲ ਕੇ ਹੋਰ ਸਟੂਡੈਂਟਸ ਦੀ ਮਦਦ ਦੇ ਨਾਲ ਲਿਖੀ ਹੋਈ ਹੈ। ਸੋ ਕਿਉਂ ਸੋਚਦਾ ਕਿ ਜਿਹੜਾ ਪਹਿਲੇ ਸਕੂਲ ਦਾ ਟੀਚਰ ਸੀਗਾ ਉਹ ਈਵਨ ਉਹਨੂੰ ਯਾਦ ਵੀ ਨਹੀਂ ਹੋਊਗਾ ਕਿ ਇਹ ਕੌਣ ਸੀ। ਸੋ ਕਿਉਂ ਉਹਨੂੰ ਇੱਦਾਂ ਲੱਗਦਾ, ਬਿਕੋਜ਼ ਵਾਈ ਡਜ਼ ਹੀ ਥਿੰਕ, ਕਿਉਂਕਿ ਉਹਨੂੰ ਕੀ ਲੱਗਦਾ ਕਿ
Why does the student actually students think that the teacher won't remember him? क्यों उन्होंने ऐसा लगता है? क्योंकि because the teacher has failed so many of them and he is not at all interested in his students. So ਉਹਦੇ ਮੁਤਾबिक ਜਿਹੜੇ ਸਟੂਡੈਂਟਸ ਕਨਵੈਨਸ਼ਨਲ ਐਗਜ਼ਾਮਸ ਨੂੰ ਨਹੀਂ ਪਾਸ ਕਰ ਪਾਉਂਦੇ ਉਹ ਉਹਨਾਂ ਨੂੰ ਜਲਦੀ ਹੀ ਭੁੱਲ ਜਾਂਦਾ ਬਿਕੋਜ਼ ਹੀ ਹੈਜ਼ ਫੇਲਡ ਮੈਨੀ ਆਫ ਦੈਮ। ਨੈਕਸਟ ਦੇਖੋ, ਵੇਅਰ ਡੂ ਦ ਚਿਲਡਰਨ ਗੋ ਵੈਨ ਦੇ ਆਰ ਫੇਲਡ ਆਊਟ ਆਫ ਸਕੂਲ। ਸੋ ਉਹ ਵਾਲੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਉਹ ਫਿਰ ਕਿੱਥੇ ਜਾਂਦੇ ਆ ਸਕੂਲਾਂ 'ਚੋਂ ਜੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਤਾਂ ਨੈਚੁਰਲੀ ਫਿਰ ਉਹਨਾਂ ਨੂੰ ਫੇਲੀਅਰ ਨੂੰ ਦੂਸਰੇ ਸਕੂਲ ਵੀ ਸੌਖਾ ਨਹੀਂ ਰੱਖਦੇ। ਫਿਰ ਜਿਹੜੇ ਲੇਬਰ ਕਲਾਸ ਹੈਗੀ ਹੈ, ਜਿਹੜੇ ਉਹਨਾਂ ਦੇ ਪੇਰੈਂਟਸ ਹੈਗੇ ਉਹ ਫਿਰ ਕੀ ਕਰਦੇ, ਦੇ ਜਸਟ ਸੈਂਡ ਦੈਮ ਟੂ ਵਰਕ, ਕਿਸੇ ਦੇ ਖੇਤਾਂ ਦੇ ਵਿੱਚ ਭੇਜ ਦਿੰਦੇ ਕੰਮ ਕਰਨ ਵਾਸਤੇ ਜਾਂ ਫੈਕਟਰੀਆਂ ਦੇ ਵਿੱਚ, ਅਤੇ ਉਹਨਾਂ ਦੀ ਪੜ੍ਹਾਈ ਉੱਥੇ ਹੀ ਛੁੱਟ ਜਾਂਦੀ ਹੈ। ਨੈਕਸਟ ਦੇਖੋ ਹੁਣ, ਇਨ ਵਾਟ ਵੇ ਇਜ਼ ਦਾ ਸਕੂਲ ਸਿਮਿਲਰ ਟੂ ਦ ਸਟੂਡੈਂਟਸ ਹੋਮ। ਸੋ ਜਿਹੜੇ ਸਕੂਲਾਂ 'ਚੋਂ ਬੱਚੇ ਪਹਿਲਾਂ ਜਿਹੜੇ ਜਿੱਥੇ ਪੜ੍ਹ ਕੇ ਆਏ ਆ ਉਹ ਵਾਲੇ ਸਕੂਲ ਬੱਚੇ ਉਸ ਬੱਚੇ ਦੇ ਘਰ ਨਾਲ ਕਿੱਦਾਂ ਮਿਲਦੇ ਸੀਗੇ, ਕਿਸ ਤਰ੍ਹਾਂ ਮਿਲਦੇ, ਕੀ ਦੋਨਾਂ ਵਿੱਚ ਕੀ ਸਮਾਨਤਾ ਸੀਗੀ, ਕਿਉਂਕਿ ਘਰ ਦੇ ਵਿੱਚ ਸਾਰੇ ਅਨਪੜ੍ਹ ਸੀਗੇ, ਗੁਆਂਢ ਦੇ ਵਿੱਚ ਵੀ ਸਾਰੇ ਅਨਪੜ੍ਹ ਸੀਗੇ। ਸੋ ਜੇ ਬੱਚੇ ਨੂੰ ਕੋਈ ਪੜ੍ਹਾਈ ਦੇ ਵਿੱਚ ਪਰੇਸ਼ਾਨੀ ਆਉਂਦੀ ਸੀ, ਇਫ ਹੀ ਫਾਊਂਡ ਐਨੀ ਡਿਫਿਕਲਟੀ ਇਨ ਦ ਸਟੱਡੀਜ਼, ਇਫ ਹੀ ਫਾਊਂਡ ਸਮਥਿੰਗ ਡਿਫਿਕਲਟ, ਤਾਂ ਫਿਰ ਕੀ ਸੀਗਾ, ਹੀ ਵੁੱਡ ਨਾਟ ਗੈਟ ਐਨੀ ਹੈਲਪ। ਵਾਈ? ਬਿਕੋਜ਼ ਨੋਬਡੀ ਵਾਜ਼ ਐਜੂਕੇਟਿਡ ਇਨ ਹਿਜ਼ ਫੈਮਿਲੀ ਐਂਡ ਆਲਸੋ ਇਨ ਦ ਨੇਬਰਹੁੱਡ। ਕਿਉਂਕਿ ਪਿਛੜੇ ਇਲਾਕੇ 'ਚ ਰਹਿੰਦੇ ਹੈ ਅਤੇ ਉੱਥੇ ਕੋਈ ਵੀ ਲੱਭਦਾ ਨਹੀਂ ਸੀਗਾ ਜਿਹੜਾ ਕਿ ਪੜ੍ਹਾਈ ਦੀ ਸਮੱਸਿਆ ਨੂੰ, ਜਿੱਥੇ ਵੀ ਦਿੱਕਤ ਆ ਰਹੀ ਸੀ ਉਹਨੂੰ ਦੂਰ ਕਰ ਸਕੇ। ਪਰ ਸਕੂਲ 'ਚ ਸਾਨੂੰ ਕੀ ਹੋਣਾ ਚਾਹੀਦਾ ਕਿ ਉੱਥੇ ਜਿਹੜੇ ਟੀਚਰਸ ਹੈਗੇ ਉਹਨਾਂ ਨੂੰ ਉਹ ਸਬਜੈਕਟ ਆਉਂਦੇ ਹੈ। ਸੋ ਇਸ ਕਰਕੇ ਸਕੂਲ ਦੇ ਵਿੱਚ ਇਹ ਦਿੱਕਤ ਨਹੀਂ ਆਉਣੀ ਚਾਹੀਦੀ। ਪਰ ਇੱਥੇ ਸਕੂਲ ਦੇ ਵਿੱਚ ਕੀ ਪਰੇਸ਼ਾਨੀ ਸੀਗੀ ਕਿ ਟੀਚਰਸ ਵਰ ਨਾਟ ਬੋਦਰਡ ਅਬਾਊਟ ਦ ਸਟੂਡੈਂਟਸ ਹੂ ਬਿਲੋਂਗਡ ਟੂ ਪੂਅਰ ਫੈਮਲੀਜ਼। ਯਾਰ ਉਹ ਕੁਛ ਵੀ ਨਹੀਂ, ਉਹਨਾਂ ਨੂੰ ਕਦੀ ਇਹ ਨਹੀਂ ਹੁੰਦਾ ਸੀਗਾ ਕਿ ਇਹਨਾਂ ਨੂੰ ਇਹ ਚੀਜ਼ ਨਹੀਂ ਆਉਂਦੀ, ਅਸੀਂ ਇਹਨਾਂ ਨੂੰ ਦੱਸ ਦਈਏ ਕਿ ਸੋ ਉਲਟਾ ਉਹਨਾਂ ਦੇ ਟੈਸਟ ਹੀ ਲੈਣ ਦੇ ਵਿੱਚ ਇੰਟਰਸਟਿਡ ਸੀਗੇ। ਉਹ ਕਦੀ ਨਹੀਂ ਦੱਸਦੇ ਸੀਗੇ ਕਿ ਇਹ ਚੀਜ਼ ਇਸ ਤਰ੍ਹਾਂ ਕਰਨੀ ਹੈਗੀ। ਕਲੀਅਰ? ਸੋ ਨੈਕਸਟ ਦੇਖੋ, ਹਾਊ ਇਜ਼ ਦ ਸਕੂਲ ਡਿਫਰੈਂਟ ਫਰੋਮ ਹਿਜ਼ ਹੋਮ। ਸੋ ਸਿਮਿਲਰ ਕਿੱਦਾਂ ਹੈਗਾ ਕਿ ਉੱਥੇ ਵੀ ਪੜ੍ਹਾਉਣ ਵਾਲਾ ਕੋਈ ਨਹੀਂ ਹੈ ਘਰ ਵਿੱਚ, ਅਤੇ ਸਕੂਲ ਵਿੱਚ ਵੀ ਟੀਚਰ ਨੂੰ ਆਉਂਦਾ ਬਟ ਦ ਟੀਚਰ ਵੋਂਟ ਟੈਲ ਹਿਮ ਬਿਕੋਜ਼ ਹੀ ਇਜ਼ ਨਾਟ ਇੰਟਰਸਟਿਡ। ਨੈਕਸਟ ਦੇਖੋ, ਡੀ, ਹਾਊ ਇਜ਼ ਦ ਸਕੂਲ ਡਿਫਰੈਂਟ ਫਰੋਮ ਹਿਜ਼ ਹੋਮ। ਸੋ ਉਹ ਵਾਲਾ ਜਿਹੜਾ ਸਕੂਲ ਜਿੱਥੇ ਬੱਚੇ ਪਹਿਲਾਂ ਪੜ੍ਹਦੇ ਸੀਗੇ ਉਹ ਉਹਨਾਂ ਦੇ ਘਰ ਨਾਲੋਂ ਕਿੱਦਾਂ ਫ਼ਰਕ ਸੀਗਾ, ਕਿਸ ਤਰ੍ਹਾਂ ਫ਼ਰਕ ਸੀਗਾ ਕਿ ਉਹ ਸਕੂਲ ਦੇ ਵਿੱਚ ਕੀ ਸੀਗਾ, ਦੇਰ ਵਰ ਮੈਨੀ ਫੈਸਿਲਿਟੀਜ਼, ਦੇਰ ਵਾਜ਼ ਨਥਿੰਗ ਟੂ ਡਿਸਟਰਬ ਦ ਸਟੂਡੈਂਟਸ ਇਨ ਦੇਅਰ ਸਟੱਡੀਜ਼। ਕਲੀਅਰ? ਕਿਉਂਕਿ ਉਹਨਾਂ ਨੂੰ ਕਮਰੇ ਸੋਹਣੇ ਮਿਲੇ ਹੋਏ ਸੀ, ਮਹਿੰਗਾ ਸਕੂਲ ਸੀਗਾ, ਲਾਈਟ ਉੱਥੇ ਆਉਂਦੀ ਸੀ, ਇੱਕ ਪੂਰਾ ਡੈਸਕ ਮਿਲਿਆ ਹੋਇਆ ਸੀਗਾ, ਜਦੋਂ ਕਿ ਉਹ ਗਰੀਬ ਪਰਿਵਾਰ ਨੂੰ ਸੰਬੰਧ ਰੱਖਦਾ ਸੀਗਾ। ਦੀਜ਼ ਫੈਸਿਲਿਟੀਜ਼ ਹੀ ਕੁਡ ਨਾਟ ਗੈਟ ਐਟ ਹਿਜ਼ ਹੋਮ। ਕਲੀਅਰ? ਪਰ ਉੱਥੇ ਔਰ ਘਰ ਦੇ ਵਿੱਚ ਤਾਂ ਉਹਨੂੰ ਡਿਸਟਰਬ ਕਰਨ ਵਾਲੇ ਕਈ ਸੀਗੇ, ਕਿਉਂਕਿ ਦ ਮਦਰ ਡਿਡ ਨਾਟ ਨੋ ਦ ਇੰਪੋਰਟੈਂਸ ਆਫ ਸਾਇਲੈਂਸ, ਦ ਇੰਪੋਰਟੈਂਸ ਆਫ ਪੀਸਫੁਲ ਐਟਮੋਸਫੀਅਰ ਫॉर ਸਟੱਡੀਜ਼, ਜਿਹਦੇ ਕਰਕੇ ਕਿਉਂਕਿ ਉਹ ਆਪ ਅਨਐਜੂਕੇਟਿਡ ਸੀ, ਸੋ ਸ਼ੀ ਵੁੱਡ ਗੋ ਔਨ ਡਿਸਟਰਬਿੰਗ ਦ ਚਾਈਲਡ। ਕਲੀਅਰ? ਸੋ ਇਸ ਕਰਕੇ ਹੁਣ ਇਹ ਵਾਲਾ ਜਿਹੜਾ ਸਕੂਲ ਸੀਗਾ ਜਿੱਥੇ ਉਹ ਬੱਚੇ ਪੜ੍ਹਦੇ ਸੀਗੇ ਪਹਿਲਾਂ, ਉਹ ਕਿੱਦਾਂ ਫ਼ਰਕ ਸੀਗਾ ਉਹਨਾਂ ਦੇ ਘਰ ਤੋਂ ਕਿ ਉੱਥੇ ਕੋਈ ਡਿਸਟਰਬ ਕਰਨ ਵਾਲਾ ਨਹੀਂ ਸੀਗਾ। ਈਵਨ ਛੋਟੇ ਬੱਚੇ, ਕੋਈ ਛੋਟਾ ਬੱਚਾ ਵੀ ਨਹੀਂ ਸੀ ਜਿਹੜਾ ਆ ਕੇ ਕਿ ਹੋਮਵਰਕ ਕਰਵਾਉਣ ਵਾਸਤੇ ਕਹਿੰਦਾ ਸੀਗਾ। ਸੋ ਇੱਥੇ ਤਾਂ ਪੜ੍ਹਾਈ ਬਹੁਤ ਅੱਛੀ ਹੋਣੀ ਚਾਹੀਦੀ ਸੀ, ਪਰ ਇੱਥੇ ਪ੍ਰੋਬਲਮ ਕੀ ਸੀਗੀ ਕਿ ਦ ਟੀਚਰਸ ਵਰ ਨਾਟ ਵਿਲਿੰਗ ਟੂ ਟੀਚ। ਨੈਕਸਟ ਦੇਖੋ, ਨੇਮ ਦ 3 ਮਕੈਨੀਕਲ ਡਿਵਾਈਸਿਸ ਵਿਚ ਦ ਆਥਰ ਸੇਜ਼ ਆਰ ਯੂਜ਼ਡ ਟੂ ਅਵੋਇਡ ਪੀਪਲ। ਸੋ ਕਿਹੜੀਆਂ ਮਕੈਨੀਕਲ ਡਿਵਾਈਸਿਸ ਹੈਗੀਆਂ? ਪਹਿਲੀ ਕਿਹੜੀ ਹੈ? ਟੈਲੀਫੋਨ। ਫਸਟ ਕੀ ਹੈਗੀ ਹੈ? ਲਿਫਟ, ਜਿਹੜਾ ਕਿ ਉਹ ਕੀ ਕਹਿੰਦਾ ਕਿ ਟੀਚਰਸ ਉਹਦੇ ਵਿੱਚ ਚੜ੍ਹ ਕੇ ਆਪਣੀ ਘਰ ਤੋਂ ਬਾਹਰ ਆ ਜਾਂਦੇ ਆ, ਬਿਲਡਿੰਗ ਦੇ ਨੀਚੇ ਤੱਕ ਆਪਣੇ ਜਿਹੜੇ ਬਹੁ ਮੰਜ਼ਲਾ ਮਲਟੀ ਸਟੋਰੀਡ ਬਿਲਡਿੰਗ ਦੇ ਵਿੱਚ ਰਹਿੰਦੇ ਆ। ਫਸਟ ਵਾਜ਼ ਲਿਫਟ, ਸੈਕਿੰਡ ਵਾਜ਼ ਕਾਰ ਐਂਡ ਦ ਥਰਡ ਵਾਜ਼ ਟੈਲੀਫੋਨ। ਕਲੀਅਰ? ਇਹ ਤਿੰਨੋਂ ਚੀਜ਼ਾਂ ਨੇ ਸਾਡੀ ਲਾਈਫ ਨੂੰ ਬੜਾ ਕੰਫਰਟੇਬਲ ਬਣਾ ਦਿੱਤਾ ਹੈ। ਪਰ ਇਹਨਾਂ ਤਿੰਨਾਂ ਚੀਜ਼ਾਂ ਦੀ ਕੀ ਪ੍ਰੋਬਲਮ ਹੈ?
ਕਿ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਨਾਲ ਅਸੀਂ ਕੀ ਕਰਨ ਲੱਗ ਪਏ ਹਾਂ, ਵੀ ਹੈਵ ਸਟਾਰਟਡ ਬੀਇੰਗ ਕੱਟ ਆਫ ਫਰੋਮ ਅਦਰ ਪੀਪਲ। ਫਿਰ ਕਿ ਅਸੀਂ ਨੈਚੁਰਲੀ ਬੜਾ ਮਜ਼ੇਦਾਰ ਕੰਮ ਹੈਗਾ ਕਿ ਪੌੜੀਆਂ ਵੀ ਨਹੀਂ ਚੜ੍ਹਨੀਆਂ ਉਤਰਨੀਆਂ ਪੈਂਦੀਆਂ, ਪਰ ਜਦੋਂ ਅਸੀਂ ਪੌੜੀਆਂ ਚੜ੍ਹਦੇ ਉਤਰਦੇ ਹਾਂ ਐਟਲੀਸਟ ਅਸੀਂ ਲੋਕਾਂ ਦੇ ਮੱਥੇ ਲੱਗਦੇ ਹਾਂ, ਸਾਨੂੰ ਜਾਣ ਪਛਾਣ ਹੁੰਦੀ ਹੈ। ਦ ਸੇਮ ਇਜ਼ ਦ ਕੇਸ ਵਿਦ ਟਰੈਵਲਿੰਗ ਇਨ ਅ ਬੱਸ ਐਂਡ ਟਰੈਵਲਿੰਗ ਬਾਈ ਕਾਰ। ਸੋ ਜਦੋਂ ਅਸੀਂ ਬੱਸ 'ਚ ਟਰੈਵਲ ਕਰਦੇ ਹਾਂ ਐਟਲੀਸਟ ਭਾਵੇਂ ਅਸੀਂ ਚਾਹੁੰਦੇ ਹੋਈਏ ਭਾਵੇਂ ਨਾ ਚਾਹੁੰਦੇ ਹੋਈਏ ਵੀ ਕਮ ਫੇਸ ਟੂ ਫੇਸ ਵਿਦ ਪੀਪਲ, ਉਹਨਾਂ ਦੀਆਂ ਗੱਲਾਂ ਸਾਡੇ ਕੰਨਾਂ ਵਿੱਚ ਪੈਂਦੀਆਂ ਹੈ। ਸੋ ਨਾ ਚਾਹੁੰਦੇ ਹੋਏ ਵੀ ਆਮ ਦੁਨੀਆ ਕਿੱਦਾਂ ਜੀਂਦੀ ਹੈ, ਉਹਨਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ, ਉਹ ਸਾਨੂੰ ਪਤਾ ਲੱਗਦਾ। ਐਂਡ ਵੀ ਕਮ ਟੂ ਨੋ ਅਬਾਊਟ ਦ ਰਿਐਲਿਟੀ, ਕਲੀਅਰ ਕਿ ਲੋਕ ਅਸਲ ਵਿੱਚ ਕਿੱਦਾਂ ਜੀਂਦੇ ਆ, ਕਲੀਅਰ। ਪਰ ਜਦੋਂ ਵੀ ਟਰੈਵਲ ਬਾਈ ਕਾਰ ਐਵਰੀ ਡੇ ਤਾਂ ਫਿਰ ਕੀ ਹੁੰਦਾ, ਫਿਰ ਵੀ ਡੂ ਨਾਟ ਕਮ ਅਕਰੋਸ ਦ ਕਾਮਨ ਪੀਪਲ। ਇਸੇ ਤਰ੍ਹਾਂ ਦੇ ਨਾਲ ਟੈਲੀਫੋਨ ਸਾਡਾ ਵਕਤ ਬਹੁਤ ਬਚਾਉਂਦਾ, ਪਰ ਫਿਰ ਅਸੀਂ ਲੋਕਾਂ ਤੋਂ ਟੁੱਟਦੇ ਜਾਂਦੇ ਹਾਂ ਕਿਉਂਕਿ ਅਸੀਂ ਉਹਨਾਂ ਨਾਲ ਫਿਰ ਟੈਲੀਫੋਨ 'ਤੇ ਗੱਲ ਕਰ ਲੈਂਦੇ ਹਾਂ ਐਂਡ ਵੀ ਆਰ ਨਾਟ ਕਨੈਕਟਿਡ ਵਿਦ ਦ ਪੀਪਲ ਇਨ ਦ ਰੀਅਲ ਸੈਂਸ ਆਫ ਦ ਵਰਡ। ਸੋ ਹੁਣ ਨੈਕਸਟ ਦੇਖੋ, ਦ ਆਥਰ ਕੰਟਰਾਸਟ ਸਟੂਡੈਂਟਸ who know Cicero with those who don't. What does this contrast suggest? ਸੋ ਉਹਨੇ ਦੋਨਾਂ ਦੇ, ਸੋ ਇਹ ਵਾਲਾ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਦਾ ਆ ਸਕਦਾ, ਈਵਨ ਉੱਪਰ ਵਾਲਾ ਵੀ ਆ ਸਕਦਾ। ਸੋ ਦੀਜ਼ ਆਰ, ਬੇਸ਼ੱਕ ਇਹ ਲੱਗਦਾ ਹੈ ਕਿ ਦੀਜ਼ ਆਰ ਸ਼ਾਰਟ ਕੁਐਸਚਨਸ, ਬਟ ਇਨ ਰਿਐਲਿਟੀ ਦੇ ਕੈਨ ਆਲਸੋ ਕਮ ਐਜ਼ ਲੌਂਗ ਕੁਐਸਚਨਸ। ਹੁਣ ਜਿੱਦਾਂ ਇਹ ਦੇਖੋ, ਦ ਆਥਰ ਕੰਟਰਾਸਟ ਸਟੂਡੈਂਟਸ ਹੂ ਨੋ ਸਿਸੈਰੋ ਵਿਦ ਦੋਜ਼ ਹੂ ਡੋਂਟ। ਵੋਟ ਡਜ਼ ਦਿਸ ਕੰਟਰਾਸਟ ਸੁਜੈਸਟ? ਦੋਨਾਂ ਵਿੱਚ ਉਹਨੇ ਫਰਕ ਕੀਤਾ ਹੈਗਾ। ਕੀ ਹੈਗਾ ਦੇਖੋ, ਤੁਸੀਂ ਆਪਣੇ ਚੈਪਟਰ ਨੂੰ ਹੀ ਬੇਸ ਬਣਾਉਣਾ ਹੈ। ਸੋ ਦ ਸਟੂਡੈਂਟਸ ਹੂ ਨੋ ਸਿਸੈਰੋ ਦੇ ਡੂ ਨਾਟ ਨੋ ਦ ਫੈਮਲੀਜ਼ that live in their neighborhood, ਕਿਉਂਕਿ ਜਿਹੜੇ ਇਹ ਲੋਕ ਹੈਗੇ ਹੈ, the rich people, they do not find the necessity to be connected with the people in their neighborhood. So how many of their kitchens have they visited? So ਕਿਸੇ ਨੂੰ ਨਹੀਂ ਚੰਗੀ ਤਰ੍ਹਾਂ ਜਾਣਦੇ, ਕਿਚਨਸ ਤੱਕ ਨਹੀਂ ਗਏ ਲੋਕਾਂ ਦੇ, ਕਿਉਂਕਿ ਅਸੀਂ ਕਿਹਦੇ ਕਿਚਨ ਜਾਂਦੇ ਜਿਹਨੂੰ ਅਸੀਂ ਬੜੀ ਕਲੋਜ਼ਲੀ ਜਾਣਦੇ। ਸੋ ਫੋਰਮੈਲਿਟੀ ਦੇ ਲਈ ਜਿੱਦਾਂ ਆਪਾਂ ਘਰ ਜਾਂਦੇ ਹਾਂ, ਵੀ ਨੈਵਰ ਵਿਜ਼ਿਟ ਦੇਅਰ ਕਿਚਨਸ। ਹਾਊ ਮੈਨੀ ਆਫ ਦੇਅਰ ਸਿੱਖ ਹੈਵ ਦੇ ਸੈਟ ਵਿਦ ਥਰੂ ਦ ਨਾਈਟ? ਸੋ ਸੁੱਖ ਦੁੱਖ ਨਹੀਂ ਵੰਡਾਉਂਦੇ, ਕਲੀਅਰ। ਜਿਹੜੇ ਲੋਕ ਡਿਵੈਲਪਡ ਏਰੀਆਜ਼ ਵਿੱਚ ਰਹਿੰਦੇ ਹੈ, ਜਿਹੜੇ ਅਮੀਰ ਜਗ੍ਹਾ 'ਤੇ ਅਮੀਰ ਘਰਾਂ ਦੇ ਲੋਕ ਹੈਗੇ, ਔਰ ਇਸੇ ਤਰ੍ਹਾਂ ਦੇ ਨਾਲ ਫਿਰ ਦੁੱਖ ਵੰਡਾਉਣਾ। ਹਾਊ ਮੈਨੀ ਆਫ ਦੇ ਡੈਡ, ਸੋ ਦੇ ਡੂ ਨਾਟ ਸ਼ੇਅਰ ਦ ਗਰੀਫ ਆਫ ਦ ਅਦਰ ਪੀਪਲ, ਫਿਰ ਕਿ ਮੋਢਾ ਦੇਣਾ ਅਰਥੀ ਨੂੰ। ਹਾਊ ਮੈਨੀ ਕੈਨ ਦੇ ਟਰਸਟ ਵੈਨ ਦੇ ਆਰ ਇਨ ਡਿਸਟਰੈਸ? ਇਸੇ ਤਰ੍ਹਾਂ ਦੇ ਨਾਲ ਫਿਰ ਉਹ ਇੰਨੇ ਆਪਣੇ ਆਪ ਵਿੱਚ ਹੁੰਦੇ ਆ ਕਿ ਜਦੋਂ ਮੁਸੀਬਤ ਪੈਂਦੀ ਫਿਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਕਿਹਨੂੰ ਆਵਾਜ਼ ਦੇਵਾਂ ਅਤੇ ਜਿਹੜਾ ਆ ਜਾਏਗਾ। ਅਤੇ ਸੋ ਇਹ ਗੱਲ ਕਰ ਰਿਹਾ ਕਿ ਸਟੂਡੈਂਟਸ ਜਿਹੜੇ ਕਿ ਅਮੀਰ ਘਰਾਂ ਨੂੰ ਬਿਲੋਂਗ ਕਰਦੇ, ਇਹ ਵਾਲਾ ਤੁਸੀਂ ਲਿਖੋਗੇ ਇਫ ਦਿਸ ਕੁਐਸਚਨ ਕਮਸ, ਕਲੀਅਰ। ਔਨ ਦ ਅਦਰ ਹੈਂਡ ਉਹ ਜਿਹੜੇ ਵਿਦਿਆਰਥੀ ਗਰੀਬ ਘਰਾਂ ਦੇ, ਉਹ ਕੀ ਹੈਗੇ, ਉਹਨਾਂ ਦੀਆਂ ਵਿਸ਼ੇਸ਼ਤਾਵਾਂ ਉਹ ਫਿਰ ਅਗਲੇ 2-3 ਪੈਰਾਗ੍ਰਾਫਸ 'ਚ ਉਹਨਾਂ ਦੀਆਂ ਜਿਹੜੀਆਂ ਕਰੈਕਟਰਿਸਟਿਕਸ ਹੈ। ਫੋਰ ਐਗਜ਼ਾਮਪਲ ਕਿ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਆ, ਉਹ ਤਾਂ ਦੂਰ ਤੱਕ ਉਹਨਾਂ ਨੂੰ ਪਤਾ ਹੁੰਦਾ ਕਿ ਕੌਣ ਰਹਿੰਦਾ ਹੈਗਾ, ਕਿ ਦੇ ਨੋ ਮੈਨੀ ਪੀਪਲ, ਦੇ ਨੋ ਡਜ਼ਨਸ ਆਫ ਫੈਮਲੀਜ਼ ਐਂਡ ਦੇ ਰਿਲੇਟਿਵਸ। ਐਂਡ ਸੋ ਦੀਜ਼ ਆਰ ਦ, ਐਂਡ ਈਵਨ ਕੀ ਕਹਿੰਦਾ ਕਿ even when the people are silent we can tell what they are thinking. So this comes from experience. Next देखो हम, why does the student say that the teacher should be a bit humble at least? फिर वो की कहता है स्टूडेंट के ਤੁਹਾਨੂੰ ਇਹ ਚੀਜ਼ਾਂ ਨਹੀਂ ਆਉਂਦੀਆਂ ਤਾਂ ਐਟਲੀਸਟ ਇੰਨੀ ਆਕੜ ਤਾਂ ਨਾ ਰੱਖੋ। ਟੀਚਰਸ ਨੂੰ ਕਹਿ ਰਿਹਾ ਹੈਗਾ, ਕਿਉਂਕਿ ਕੀ ਕਹਿੰਦਾ ਕਿ ਤੁਹਾਡੀ ਜਿਹੜੀ ਕਲਚਰ ਹੈ, ਜਿੱਦਾਂ ਦਾ ਤੁਸੀਂ ਜੀਵਨ ਜੀਂਦੇ ਹੋ ਅਤੇ ਜਿਹੜੀਆਂ ਤੁਸੀਂ ਪੜ੍ਹਾਈ ਕੀਤੀ ਹੈ, ਉਹਨੇ ਤੁਹਾਨੂੰ ਅਸਲੀਅਤ ਤੋਂ ਦੂਰ ਕੀਤਾ। ਇਟ ਹੈਜ਼ ਕੈਪਟ ਯੂ ਅਵੇ ਫਰੋਮ ਦ ਰਿਐਲਿਟੀ, ਇਟ ਹੈਜ਼ ਨਾਟ ਅਕੁਆਇੰਟਡ ਯੂ ਵਿਦ ਰਿਐਲਿਟੀ। ਸੋ ਕਹਿੰਦਾ ਕਿ ਇਫ ਵੀ ਡੂ ਨਾਟ ਨੋ ਸਰਟਨ ਥਿੰਗਸ
The teachers also do not know certain things. They do not know how common people live, how the poor of the earth, how they manage, how they live. Clear? ਉਹਨਾਂ ਨੂੰ ਤਾਂ ਆਮ ਬੰਦਿਆਂ ਦੀਆਂ ਭਾਸ਼ਾ ਵੀ ਨਹੀਂ ਬੋਲਣੀ ਆਉਂਦੀ, ਆਮ ਬੰਦੇ ਨਾਲ ਕਿੱਦਾਂ ਗੱਲਬਾਤ ਕਰਨੀ ਹੈ ਇਹ ਵੀ ਨਹੀਂ ਆਉਂਦਾ। ਸੋ ਕਹਿੰਦਾ ਕਿ ਤੁਹਾਨੂੰ ਵੀ ਕਈ ਚੀਜ਼ਾਂ ਨਹੀਂ ਆਉਂਦੀਆਂ, ਸੋ ਐਟਲੀਸਟ ਹੰਬਲ ਹੋ ਜਾਓ। ਹੰਬਲ ਦਾ ਮਤਲਬ ਕੀ ਹੈ ਕਿ ਇੰਨਾ ਘਮੰਡ ਛੱਡ ਦਿਓ। ਨੈਕਸਟ ਦੇਖੋ, why does the students last देखो, man who pretends to row in an imaginary boat would be given an A in physical education. Does the student really mean this? If not, what does this statement suggest? So ਕੀ ਕਹਿੰਦਾ ਕਿ a man who pretends to row, it means he belongs to a rich family and he knows about those sports that are played by the rich people and those by those who live in developed areas of the world. So ਵਾਲੇ ਇਹ ਵਾਲਾ ਜਿਹੜਾ ਇੱਦਾਂ ਦੇ ਵਿਅਕਤੀ ਨੂੰ ਜਿਹਨੂੰ ਰੂਲਸ ਆਉਂਦੇ ਹਨ ਗੇਮਸ ਦੇ, ਉਹਨਾਂ ਨੂੰ ਕੀ ਮਿਲਦਾ? ਉਹਨਾਂ ਨੂੰ ਏ ਮਿਲ ਜਾਂਦਾ। ਪਰ ਜਿਨ੍ਹਾਂ 'ਚ ਵਾਕਈ ਕਈ ਤਰ੍ਹਾਂ ਦੀ ਫਿਜ਼ੀਕਲ ਕੈਪੇਬਿਲਿਟੀ ਹੈਗੀ ਹੈ, ਫਿਜ਼ੀਕਲ ਐਬਿਲਿਟੀ ਹੈਗੀ ਹੈ, ਜਿਸ ਤਰ੍ਹਾਂ ਕਿ ਇਹ ਦ ਸਟੂਡੈਂਟਸ ਬਿਲੋਂਗਿੰਗ ਟੂ ਦ ਰੂਰਲ ਏਰੀਆਜ਼, ਜਿਹੜੇ ਪਿੰਡਾਂ ਦੇ ਮੁੰਡੇ ਹੈਗੇ, ਉਹਨਾਂ ਨੂੰ ਫੇਲ ਕਰ ਦਿੱਤਾ ਜਾਂਦਾ ਹੈ। ਸੋ ਇਹ ਉਹ ਗੱਲ ਕਰ ਰਿਹਾ ਹੈਗਾ। ਹੁਣ ਨਾਓ ਵੀ ਹੈਵ ਕਮ ਟੂ ਐਨ ਐਂਡ। ਸੋ ਇਹਦੇ ਵਿੱਚ ਹੋਰ ਕੀ ਆ ਸਕਦਾ ਹੈ? ਜਿਹੜੇ ਲਾਸਟ ਵਾਲੇ ਤੁਹਾਡੇ ਕੁਐਸਚਨਸ ਹੈਗੇ ਆ, ਉਹਨਾਂ ਨੂੰ ਬੁੱਕ 'ਚੋਂ ਹੀ ਦੇਖੋ, ਪੇਜ ਨੰਬਰ 99। Attempt a correct sketch of the author of the letter on the basis of information given by him about his home etc. ਸੋ ਇਹਦੇ ਵਿੱਚ ਕੀ ਕਰੈਕਟ ਸਕੈਚ ਹੈਗਾ ਕਿ ਇਹ ਯੰਗ ਲੜਕੇ ਹੈ ਜਿਨ੍ਹਾਂ ਨੂੰ ਕਿ ਕੱਢ ਦਿੱਤਾ ਗਿਆ ਹੈ ਕਨਵੈਨਸ਼ਨਲ ਸਕੂਲਸ ਵਿੱਚੋਂ, ਰਵਾਇਤੀ ਸਕੂਲਸ ਵਿੱਚੋਂ। ਸੋ ਇਹ ਬੱਚੇ ਕਿੱਦਾਂ ਦੇ ਹੈਗੇ ਹੈ? ਦੇ ਹੈਵ ਮੈਨੀ ਸਕਿੱਲਸ। ਕਲੀਅਰ? ਉਹਨਾਂ ਵਿੱਚ ਕਈ ਤਰ੍ਹਾਂ ਦੀਆਂ ਸਕਿੱਲਸ ਹੈਗੀਆਂ। ਦੇ ਨੋ ਮੈਨੀ ਥਿੰਗਸ। ਕਲੀਅਰ? ਫੋਰ ਐਗਜ਼ਾਮਪਲ ਉਹਨਾਂ ਵਿੱਚ ਫਿਜ਼ੀਕਲ ਸਟੈਮਿਨਾ ਹੈਗਾ। ਕਲੀਅਰ? ਇਸੇ ਤਰ੍ਹਾਂ ਦੇ ਨਾਲ ਫਿਜ਼ੀਕਲ ਸਟਰੈਂਥ ਹੈਗੀ ਹੈ। ਫਿਰ ਆਮ ਲੋਕਾਂ ਦੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈਗਾ। ਦੇ ਨੋ ਦ ਪ੍ਰੈਕਟੀਕਲ ਆਸਪੈਕਟ ਆਫ ਐਵਰੀਥਿੰਗ, ਹਾਊ ਟੂ ਡੀਲ ਵਿਦ ਅਦਰ ਪੀਪਲ, ਹਾਊ ਦ ਅਦਰ ਪੀਪਲ ਲਿਵ। ਕਲੀਅਰ? ਇੱਦਾਂ ਦੀਆਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਆਉਂਦੀਆਂ ਹੈਗੀਆਂ। ਕਲੀਅਰ? ਸੋ ਇਹ ਤੁਸੀਂ ਦੱਸੋਗੇ ਇਹਦੇ ਵਿੱਚ ਕਿ ਦੇ ਹੈਵ ਡਿਫਰੈਂਟ ਸੈਟਸ ਆਫ ਸਕਿੱਲਸ। ਸੋ ਇਹਦੇ ਵਿੱਚ ਤੁਸੀਂ ਇਹ ਦੱਸੋਗੇ ਫਿਰ ਕਿ ਉਹ ਕੌਣ ਹੈਗੇ ਆ ਅਤੇ ਉਹਨਾਂ ਨੂੰ ਕੱਢ ਦਿੱਤਾ ਗਿਆ ਸਕੂਲਾਂ 'ਚੋਂ, ਉਹਨਾਂ ਵਿੱਚ ਹੋਰ ਤਰ੍ਹਾਂ ਦੀਆਂ ਖੂਬੀਆਂ। ਦੈਨ ਦ ਆਥਰ ਡਿਸਟਿੰਗੁਇਸ਼ਿਜ਼ ਬਿਟਵੀਨ ਟੂ ਕਾਈਂਡਸ ਆਫ ਸਟੂਡੈਂਟਸ। ਦੋ ਤਰ੍ਹਾਂ ਦੇ ਸਟੂਡੈਂਟਸ ਉਹਨੇ ਦੱਸੇ ਹੈ ਵਿਦ ਡਿਫਰੈਂਟ ਸੈਟਸ ਆਫ ਸਕਿੱਲਸ। ਇੱਕ ਕਿਹੜੇ ਹੈਗੇ? ਜਿਹੜੇ ਦ ਸਟੂਡੈਂਟਸ ਹੂ ਬਿਲੋਂਗ ਟੂ ਰਿਚ ਫੈਮਲੀਜ਼ ਐਂਡ ਦ ਅਦਰਸ ਆਰ ਦ ਸਟੂਡੈਂਟਸ ਹੂ ਬਿਲੋਂਗ ਟੂ ਪੂਅਰ ਫੈਮਲੀਜ਼। ਸੋ ਕੀ ਅੰਤਰ ਹੈਗਾ ਕਿ ਜਿਹੜੇ ਤਾਂ ਅਮੀਰ ਘਰਾਂ ਦੇ ਲੋਕ ਹੈ ਉਹਨਾਂ ਨੇ ਕਈ ਬਹੁਤ ਹੀ ਕਲਾਸੀਕਲ ਆਥਰਸ ਪੜ੍ਹੇ ਹੋਏ ਹੈ। ਦੇ ਹੈਵ ਰੈਡ ਦ great authors, the classical authors, but they do not have the practical skills. They have theoretical knowledge but they do not have the practical knowledge. Okay, so or is to ulat jede the students who belong to not so rich families, the poor families, they have different kinds of skills. ਕਿ ਉਹਨਾਂ ਵਿੱਚ ਇੱਕ ਤਾਂ ਫਿਜ਼ੀਕਲ ਸਟੈਮਿਨਾ ਹੈ, ਫਿਰ ਉਹਨਾਂ ਨੂੰ ਅਸਲੀ ਜੀਵਨ ਦਾ ਪਤਾ ਹੈਗਾ। ਦੇ ਨੋ ਦ ਰੀਅਲ ਵਰਲਡ, ਦੇ ਨੋ ਹਾਊ ਟੂ ਡੀਲ ਵਿਦ ਪੀਪਲ, ਜਿਹੜੇ ਕਿ ਉਹਨਾਂ ਜਿਹੜੇ ਅਮੀਰ ਘਰਾਂ ਦੇ ਬੱਚੇ ਆ ਉਹਨਾਂ ਨੂੰ ਨਹੀਂ ਪਤਾ। ਸੋ ਇਹਨੂੰ ਥੋੜ੍ਹਾ ਜਿਹਾ ਸੋ ਅਗੇਨ ਫਿਰ ਸੀ ਅਤੇ ਡੀ ਇੱਕੋ ਜਿਹਾ ਹੈਗਾ। ਦੇਖੋ, ਦ ਸਿਸਟਮ ਆਫ ਐਜੂਕੇਸ਼ਨ ਪ੍ਰਜੈਂਟਡ ਇਨ ਲੈਟਰ ਟੂ ਅ ਟੀਚਰ ਅਤੇ ਸ਼ਾਰਟਕਮਿੰਗਸ ਆਫ ਸਕੂਲ ਐਜੂਕੇਸ਼ਨ ਕੀ ਹੈਗੀਆਂ। ਸ਼ਾਰਟਕਮਿੰਗਸ ਦਾ ਮਤਲਬ ਕੀ ਹੈ? ਕਮੀਆਂ। ਸੋ ਇਹਦੇ ਵਿੱਚ ਕੀ ਹੈਗਾ ਕਿ ਜ਼ਿਆਦਾ ਪਹਿਲੀ ਗੱਲ ਤਾਂ ਕੀ ਹੈ ਕਿ ਨੋ ਪਰਸਨਲ ਟੱਚ ਇਜ਼ ਦੇਅਰ। ਫਿਰ ਕਿ ਜਿਹੜੇ ਟੀਚਰਸ ਹੈਗੇ ਦੇ ਡੂ ਨਾਟ ਟਰਾਈ ਟੂ ਨੋ ਦ ਸਟੂਡੈਂਟਸ। ਇੱਕ ਤਾਂ ਇਹ ਹੋ ਗਿਆ ਨੋ ਪਰਸਨਲ ਟੱਚ, ਕਲੀਅਰ, ਔਨ ਦ ਪਾਰਟ ਆਫ ਦ ਟੀਚਰਸ। ਔਰ ਸੈਕੰਡਲੀ ਕੀ ਹੈਗਾ? ਮੋਰ ਸਟਰੈਸ ਔਨ ਥਿਓਰੈਟੀਕਲ ਨੌਲੇਜ, ਕਿ ਬਾਸਕਿਟਬਾਲ ਦੇ ਨਿਯਮ ਪਤਾ, ਰੂਲਸ ਪਤਾ ਹੋਣੇ ਚਾਹੀਦੇ ਹੈ। ਕਲੀਅਰ? ਪਰ ਅਸਲੀ ਤਾਂ ਫਿਜ਼ੀਕਲ ਐਜੂਕੇਸ਼ਨ ਜਿਹੜੀ ਹੈਗੀ ਉਹ ਕੀ ਟੈਸਟ ਕਰਨੀ ਚਾਹੀਦੀ ਕਿ ਹਾਊ ਮਚ ਫਿਜ਼ੀਕਲ ਸਟੈਮਿਨਾ, ਸਟਰੈਂਥ ਡੂ ਯੂ ਹੈਵ। ਸੋ ਇਸੇ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਜਿਹੜਾ ਸਾਡਾ ਸਕੂਲ ਐਜੂਕੇਸ਼ਨ ਹੈਗਾ ਜਾਂ ਜਿਹੜਾ ਸਾਡਾ ਸਿਸਟਮ ਆਫ ਐਜੂਕੇਸ਼ਨ ਹੈ, ਇਹ
ਜ਼ਿਆਦਾਤਰ ਕਾਹਦੇ ਉੱਤੇ ਦਿੰਦਾ ਹੈਗਾ ਕਿ ਜ਼ਿਆਦਾ ਜ਼ੋਰ ਥਿਓਰੈਟੀਕਲ ਸਕਿੱਲਸ ਦੇ ਉੱਪਰ ਹੈ, ਰੀਅਲ ਲਾਈਫ ਸਕਿੱਲਸ ਨੂੰ ਇਗਨੋਰ ਕੀਤਾ ਜਾਂਦਾ ਹੈ। ਕਲੀਅਰ। ਫੋਰ ਐਗਜ਼ਾਮਪਲ ਕਿ ਹਾਊ ਟੂ ਇੰਟਰੈਕਟ ਵਿਦ ਕਾਮਨ ਪੀਪਲ, ਇਹ ਨਹੀਂ ਦੱਸਿਆ ਜਾਂਦਾ। ਪੜ੍ਹਾਈ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ, ਥਿਓਰੈਟੀਕਲ ਨੌਲੇਜ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਅਤੇ ਪ੍ਰੈਕਟੀਕਲ ਨੌਲੇਜ 'ਤੇ ਘੱਟ ਜ਼ੋਰ ਦਿੱਤਾ ਜਾਂਦਾ। ਸੋ ਆਈ ਹੋਪ ਇਹ ਹੁਣ ਤੁਸੀਂ ਇਹਨੂੰ ਇੱਕ ਵਾਰੀ ਅੱਛੀ ਤਰ੍ਹਾਂ ਪੜ੍ਹ ਲਓ, ਐਂਡ ਇਫ ਯੂ ਡੂ ਨਾਟ understand anything, please let me know. Now I make an end here. This lecture has turned out to be very long anyhow, so now I make an end here.